श्री वाहिगुरु जीओ। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप। आद सच जोगाद सच है भी सच नानक होसी भी सच। बेशुमार अथाह अगणित अतुलै जो बुलावहो त्यो नानक दास बोलै। सज्जन सचा पातशाह सिर साहांदै साह। जिस पास बैठिया सोहियै सबना दा वेसाह। डंडौत बंदन अनक बार सर्व कला समरथ। डोलन ते राखो प्रभु नानक दे कर हथ। डोलन ते राखो प्रभु नानक दे कर हथ। वाहिगुरु जी का खालसा वाहिगुरु जी की फतेह। परम सन्मानयोग सतगुरां दी साजी नवाजी होई गुरु रूप गुर संगत खालसा जीओ। आप सरबत माई पाई इस वक्त गुरु नानक साहिब जी दे 11वें स्वरूप दसों ही पातशाहों जी की आत्मा जागत जोत शब्दाय अवतार दीनह बंधु भगत वत्सल कृपा निधान राजान राज पानान पान देवान देव उपमा महान दे मालक सतगुरु श्री गुरु ग्रंथ साहिब जी महाराज तिन्हां दी पाक पवित्र निघी प्यारी मिठी मुकद्दस गोद दे विच जुड़ बैठ करके काफ़ी लंबे समय तो गुरमत विचारां नाल जुड़ रहे हो। हजूर दा वचन है गुर की मत जी आई कार। जीवन दे विच जे साडे कम आउणा है तो गुरु दी मत ने आउणा है। शास्त्रां ने गुरबाणी अनुसार भी 4 तरह की मत मनी गई है जिहदे विच गुरमत सब तो श्रेष्ठ है। जिस हिरदे विच गुरमत दा वासा हो जाए उथों 3 प्रकार की मत दा जाना निश्चित है। पर जिथे 3 प्रकार की मत दे विचों कोई एक भी तरह की मत बैठी है उथे गुरमत नहीं टिकती। 4 तरह की मत विचों विद्वानां ने पहले नंबर ते क्या है मन मत।
ਇਹ ਹੈ ਮਨ ਦੀ ਮਰਜ਼ੀ ਅਨੁਸਾਰ ਚੱਲਣਾ। ਜਿਹੜਾ ਇਨਸਾਨ ਮਨ ਦੀ ਮਰਜ਼ੀ ਅਨੁਸਾਰ ਚੱਲਦਾ ਹੈ, ਜਿਹਦੇ ਤੇ ਮਨ ਹਾਵੀ ਹੋ ਗਿਆ, ਨਿਸ਼ਚਿਤ ਹੈ ਕਿ ਉਹਨੇ ਇੱਕ ਦਿਨ ਠੇਡਾ ਖਾਣਾ ਹੀ ਖਾਣਾ ਹੈ। ਕਵੀਆਂ ਨੇ ਕਹਿ ਦਿੱਤਾ, ਮਨ ਕੇ ਮਤੇ ਨ ਚੱਲੀਐ, ਮਨ ਕੇ ਮਤੇ ਅਨੇਕ, ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾਂ ਸੇਖ। ਵੱਡੇ ਵੱਡੇ ਇਸ ਮਤ ਨੇ ਰੋੜ ਦਿੱਤੇ ਇਸ ਜਹਾਨ ਤੇ। ਔਰ ਫਿਰ ਇਸੇ ਮਤ ਨੂੰ, ਕਿਉਂਕਿ ਜਿਹੜੀ ਮਨ ਦੀ ਮਤ ਹੈ, ਜੀ ਕਰਿਆ ਬਾਣੀ ਪੜ੍ਹ ਲਈ, ਮਨ ਨਹੀਂ ਕਰਿਆ ਤਾਂ ਛੱਡ ਗਏ, ਮਨ ਕਰਿਆ ਤੇ ਗੁਰੂ ਕੋਲ ਆ ਗਏ, ਮਨ ਨੇ ਜਵਾਬ ਦੇ ਦਿੱਤਾ ਤਾਂ ਹਟ ਗਏ। ਇਹ ਹੈ ਮਨ ਦੀ ਮਤ। ਤੇ ਇੱਕ ਹੈ ਸਾਧ ਸੰਗਤ ਜੀ ਅਨਮਤ, ਭਾਵ ਆਪਣੀ ਮਨ ਦੀ ਮਤ ਨਹੀਂ ਵਰਤਦਾ, ਦੂਸਰੇ ਦੀ ਮਤ ਨਾਲ ਚੱਲਦਾ ਹੈ। ਅਨ ਦਾ ਅਰਥ ਹੁੰਦਾ ਹੋਰ, ਦੂਜੇ ਦੇ ਕਹੇ ਅਨੁਸਾਰ ਚੱਲਣਾ। ਡੂਬਹੁ ਗੇਰੇ ਬਪੜੇ ਬਹੁ ਲੋਗਨ ਕੀ ਕਾਨ। ਬਹੁਤਿਆਂ ਦੀ ਮੰਨਣ ਵਾਲਿਆ ਇੱਕ ਦਿਨ ਡੁੱਬ ਜਾਏਗਾ। ਗੁਰੂ ਕੋਲ ਵੀ ਆ ਰਹੇ ਹਾਂ ਤੇ ਕੋਈ ਪ੍ਰੇਰ ਕੇ ਕਿਤੇ ਕਿਸੇ ਗੁਰੂ ਦੇ ਸ਼ਰੀਕ ਕੋਲ ਲੈ ਗਿਆ, ਦੇਹ ਧਾਰੀਏ ਕੋਲ ਲੈ ਗਿਆ, ਪਖੰਡੀ ਕੋਲ ਲੈ ਗਿਆ, ਉੱਥੇ ਵੀ ਤੁਰ ਪਏ। ਇਹ ਹੈ ਕਿਸੇ ਦੀ ਮਤ ਅਨੁਸਾਰ ਚੱਲਣਾ। ਜਿਹੜਾ ਕਿਸੇ ਦੀ ਮਤ ਅਨੁਸਾਰ ਚੱਲਦਾ ਹੈ ਉਹ ਵੀ ਗੁਰਮਤਿ ਤੋਂ ਦੂਰ ਰਹਿੰਦਾ ਹੈ, ਜਿਹੜਾ ਮਨ ਦੀ ਮਤ ਅਨੁਸਾਰ ਚੱਲਦਾ ਹੈ ਉਹ ਵੀ ਗੁਰਮਤਿ ਤੋਂ ਦੂਰ ਰਹਿੰਦਾ ਹੈ। ਤੀਸਰੀ ਮਤ ਜਿਹੜੀ ਹੈ ਇਹ ਬੜੀ ਖਤਰਨਾਕ ਹੈ। ਇਹ ਨਾ ਕਿਸੇ ਨੂੰ ਵਾਹਿਗੁਰੂ ਦੇਵੇ ਐਸੀ ਮਤ, ਕਿਉਂਕਿ ਕਿਸੇ ਦੀ ਮਤ ਵਾਲਾ ਵੀ ਛੇਤੀ ਮੁੜ ਆਉਂਦਾ ਹੈ। ਮਨ ਵੀ ਕਿਤੇ ਸ਼ਬਦ ਦੀ ਚੋਟ ਲੱਗੇ ਸਿੱਧਾ ਹੋ ਜਾਂਦਾ ਹੈ। ਪਰ ਇਸ ਜਹਾਨ ਵਿੱਚ ਜੇ ਸਭ ਤੋਂ ਖਤਰਨਾਕ ਮਤ ਹੈ ਤਾਂ ਉਹ ਸਾਧ ਸੰਗਤ ਇਹਨੂੰ ਕਿਹਾ ਦੁਰਮਤ, ਖੋਟੀ ਮਤ। ਜਿਸ ਮਤ ਵਿੱਚੋਂ ਪਾਪ ਪੈਦਾ ਹੁੰਦਾ ਹੈ, ਜਿਸ ਮਤ ਦੇ ਵਿੱਚੋਂ ਬੁਰਿਆਈ ਜਨਮ ਲੈਂਦੀ ਹੈ, ਐਸੀ ਮਤ ਵਾਲੇ ਨੂੰ ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾ ਸਾਰਾ। ਪਰ ਹਰ ਪਾਪ ਪਛਾਣੈ ਆਪ, ਨਾ ਤਿਸ ਸੋਗ ਵਿਜੋਗ ਸੰਤਾਪ। ਇਹੀ ਮਤ ਕਦੇ ਹਰਨਾਕਸ਼ ਦੀ ਹੋਈ, ਇਹੋ ਮਤ ਕਦੇ ਰਾਵਣ ਦੀ ਹੋਈ, ਇਹੋ ਮਤ ਕੰਸ ਔਰ ਦੁਰਯੋਧਨ ਦੀ ਹੋਈ, ਇਹੋ ਮਤ ਔਰੰਗਜ਼ੇਬ ਦੀ ਹੋਈ। ਤੋ ਰਹਿੰਦੀ ਸ੍ਰਿਸ਼ਟੀ ਤੱਕ ਇਹ ਲਾਹਣਤਾਂ ਇਹਨਾਂ ਨੇ ਇਸ ਲਈ ਖੱਟੀਆਂ ਕਿਉਂਕਿ ਮਤ ਖੋਟੀ ਸੀ। ਆਖਰ ਜੀ ਦੀ ਧੌਣ ਦੇ ਵਿੱਚ ਕਿੱਲਾ ਅੜਿਆ ਹੋਵੇ, ਸਾਨੂੰ ਮਹਿਸੂਸ ਹੋਵੇ ਕਿ ਇਹ ਹਉਮੈ ਦਾ ਸ਼ਿਕਾਰ ਪੁਰਖ ਹੈ। ਲੋਕੀ ਕਹਿੰਦੇ ਨੇ ਕਿ ਇਹ ਕੋਈ ਉਹਨੂੰ ਰਾਵਣ ਵਰਗਾ ਦੱਸੇਗਾ, ਕੋਈ ਹਰਨਾਕਸ਼ ਵਰਗਾ ਦੱਸੇਗਾ। ਪਰ ਸਤਿਗੁਰੂ ਕਹਿੰਦੇ ਨੇ ਐਸੀ ਮਤ ਵਾਲਿਆਂ ਦਾ ਅੰਤ ਬੜਾ ਮਾੜਾ ਹੈ। 12 ਜੋਜਨ ਛਤਰ ਚੱਲੇ ਥਾ ਦੇਹੀ ਗਿਰਜ ਨ ਖਾਈ, ਸਰਬ ਸੋਇਨ ਕੀ ਲੰਕਾ ਹੋਤੀ ਰਾਵਨ ਸੇ ਅਦ ਕਹਾਈ। ਕਹਾਂ ਭਇਓ ਦਰ ਬਾਂਧੇ ਹਾਥੀ, ਖਿਨ ਮਹਿ ਭਈ ਪਰਾਈ। 1 ਲੱਖ ਪੂਤ 1.25 ਲੱਖ ਨਾਤੀ, ਤਹ ਰਾਵਨ ਘਰ ਦੀਆ ਨ ਬਾਤੀ। 3 ਤਰ੍ਹਾਂ ਦੀ ਮਤ, ਔਰ ਗੁਰਮਤ ਤੋਂ ਬਿਨਾ ਕਿਸੇ ਨਾ ਕਿਸੇ ਮਤ ਦਾ ਸਾਡਾ ਮਨ ਦਾ ਸ਼ਿਕਾਰ ਹੋਣਾ ਨਿਸ਼ਚਿਤ ਹੈ। ਇਸੇ ਕਰਕੇ ਹਜ਼ੂਰ ਨੇ ਕਿਹਾ, ਗੁਰ ਕੀ ਮਤ ਤੂੰ ਲਹਿ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਗੁਰੂ ਦੀ ਮਤ ਲੈ,
ਆਦ ਜੁਗਾਦ ਭਗਤਨ ਕਾ ਰਾਖਾ। ਉਸਤਤ ਕਰ ਕਰ ਜੀਵਾਂ। ਹੁਣੇ ਰਾਗੀ ਸਿੰਘ ਪਾਵਨ ਅੰਮ੍ਰਿਤਮਈ ਤੁਹਾਨੂੰ ਸ਼ਬਦ ਸੁਣਾ ਰਹੇ ਸੀ ਸੂਹੀ ਰਾਗ ਦਾ। ਉਸਤਤ ਕਰ ਕਰ ਕੌਣ ਜਿਉਂਦਾ ਹੈ? ਜਿਹੜੇ ਰੱਬ ਦੇ ਭਗਤ ਨੇ। ਕੱਲੇ ਅਸੀਂ ਇੱਕ ਭਗਤਾਂ ਦੀ ਸ਼੍ਰੇਣੀ ਵਿੱਚੋਂ ਜਿਨ੍ਹਾਂ ਨੇ ਬਹੁਤ ਵੱਡਾ ਰੁਤਬਾ ਪ੍ਰਾਪਤ ਕੀਤਾ, ਭਗਤ ਰਵਿਦਾਸ ਜੀ ਦਾ ਅਸੀਂ ਸੰਸਾਰ ਤੇ ਆਗਮਨ ਜਿਹੜਾ ਹੈ ਉਹ ਮਨਾ ਕੇ ਹਟੇ। ਭਗਤ ਦਾ ਜੀਵਨ, ਉਹਦਾ ਜਿਉਣਾ ਹੀ ਪਰਮੇਸ਼ਰ ਦੀ ਉਸਤਤ ਹੈ। ਕਦੇ ਪੜ੍ਹੋ ਪੰਚਮ ਪਾਤਸ਼ਾਹ ਜੀ ਦੀ ਸ਼੍ਰੀ ਮੁਖ ਬਾਕ ਬਾਣੀ ਗਾਥਾ। ਸਤਿਗੁਰੂ ਜੀ ਨੇ ਪਾਵਨ ਬੋਲ ਕੇ ਮਰਨੰ ਬਿਸਰੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਨ ਹੈ। ਮਰਨਾ ਕੀ ਹੈ ਔਰ ਜਿਉਣਾ ਕੀ ਹੈ? ਉਸਤਤ ਕਰ ਕਰ ਜੀਵਾਂ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਗੁਰਸਿੱਖੋ, ਸਰੀਰ ਕਰਕੇ ਜਿਉਂਦਿਆਂ ਜਿਹਨੂੰ ਵਾਹਿਗੁਰੂ ਭੁੱਲ ਗਿਆ, ਅਸਲ ਵਿੱਚ ਉਹ ਮਰਿਆ ਹੈ। ਮਰਨੰ ਬਿਸਰੰ ਗੋਬਿੰਦ ਹੈ, ਜੀਵਨੰ ਹਰ ਨਾਮ ਧਿਆਵਨ ਹੈ। ਜਿਉਂਦੇ ਕੌਣ ਨੇ? ਜਿਹੜੇ ਪਰਮੇਸ਼ਰ ਦੀ ਉਸਤਤ ਵਿੱਚ ਜੁੜੇ ਨੇ। ਸਰੀਰ ਦਾ ਮਰਨਾ ਨਿਸ਼ਚਿਤ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੇ ਕਾਲ। ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਸਰੀਰ ਨੇ ਤੇ ਮਰਨਾ ਹੀ ਹੈ। ਪੰਚਮ ਪਾਤਸ਼ਾਹ ਜੀ ਨੇ ਇਸੇ ਬਾਣੀ ਵਿੱਚ ਇੱਕ ਹੋਰ ਇਸ਼ਾਰਾ ਕੀਤਾ। ਹਜ਼ੂਰ ਨੇ ਕਿਹਾ, ਜਾਣੋ ਸਤ ਹੋਵੰਤੋ ਮਰਨੋ, ਦ੍ਰਿਸ਼ਟੇਨ ਮਿਥਿਆ। ਐ ਮਨੁੱਖ, ਸੱਚ ਕਰਕੇ ਜਾਣ ਲੈ। ਮਹਾਰਾਜ ਕੀ ਜਾਣੀਏ? ਇਸ ਦੁਨੀਆ ਦਾ ਆਖਰੀ ਔਰ ਸਭ ਤੋਂ ਵੱਡਾ ਸੱਚ ਹੈ, ਜਾਣੋ ਸਤ ਹੋਵੰਤੋ ਮਰਨੋ। ਇੱਕ ਦਿਨ ਮਰਨਾ ਹੋਏਗਾ, ਮਰਨਾ ਪੈਣਾ। ਦ੍ਰਿਸ਼ਟੇਨ ਮਿਥਿਆ। ਤੇਰੀ ਦ੍ਰਿਸ਼ਟੀ ਵਿੱਚ ਜੋ ਕੁਛ ਵੀ ਹੈ, ਇਹ ਸਭ ਕੁਛ ਮਿਥਿਆ ਹੈ, ਨਾਸਵਾਨ ਹੈ। ਇੱਕ ਮਨੁੱਖ ਕੀ? ਮਨੁੱਖ, ਕਿਉਂਕਿ ਸਾਡਾ ਪਰਸਪਰ ਮਨੁੱਖਾਂ ਨਾਲ ਮਿਲਾਪ ਹੋਣ ਕਰਕੇ ਅਸੀਂ ਕੇਵਲ ਆਪਣੀ ਦ੍ਰਿਸ਼ਟੀ ਵਿੱਚ ਵੇਖਦੇ ਹਾਂ ਕਿ ਮਨੁੱਖੀ ਜੀਵਨ ਸਦਾ ਨਹੀਂ ਰਹਿਣ ਵਾਲਾ। ਤੇ ਮਹਾਰਾਜ ਸਾਹਿਬ ਕਹਿੰਦੇ, ਪ੍ਰਕਿਰਤੀ ਵਿੱਚ ਨਿਗਾਹ ਦੌੜਾ, ਵੇਖ ਕਿਹੜਾ ਪੱਖ ਤੈਨੂੰ ਲੱਗਦਾ ਹੈ ਕਿ ਦੁਨੀਆ ਤੇ ਰਹਿਣ ਵਾਲਾ ਹੈ। ਇੱਕ ਬਿਰਸ਼ ਸਾਡੀ ਨਿਗਾਹ ਦੇ ਸਾਹਮਣੇ ਬੜਾ ਹਰਿਆ ਭਰਿਆ ਹੈ, ਪਰ ਇੱਕ ਸਮਾਂ ਆਉਂਦਾ ਹੈ, ਧਰਤੀ ਦੇ ਵਿੱਚ ਲੱਗਿਆ ਹੀ ਸੁੱਕ ਜਾਂਦਾ ਹੈ। ਸੁੱਕਣ ਦਾ ਭਾਵ ਕੀ ਹੈ? ਕਿ ਹੁਣ ਇਹਨੂੰ ਜਿਹੜੀ ਤਾਕਤ ਮਿਲਦੀ ਸੀ, ਇਹਦਾ ਜਿਉਣਾਪਣ ਸੀ, ਉਹ ਖਤਮ ਹੋ ਗਿਆ। ਇਸ ਕਰਕੇ ਇਹਦੀ ਹੁਣ ਲੱਕੜ ਹੈ, ਚੁੱਲ੍ਹੇ ਦੇ ਕੰਮ ਆ ਸਕਦੀ ਹੈ, ਤਾਕੀਆਂ ਦਰਵਾਜ਼ਿਆਂ ਦੇ ਕੰਮ ਆ ਸਕਦੀ ਹੈ। ਜਦੋਂ ਵੀ ਇਸ ਕਰਕੇ ਗੁਰੂ ਸਾਹਿਬ ਜੀ ਕਹਿਣ ਲੱਗੇ, ਮਹਾਰਾਜ ਜਦੋਂ ਦਿਸਣ ਵਾਲਾ ਸਭ ਕੁਝ ਮਿਥਿਆ ਹੈ, ਸਤ ਕਰਕੇ ਜਾਣ ਲਿਆ ਜਾਵੇ ਕਿ ਮਰਨਾ ਨਿਸ਼ਚਿਤ ਹੈ। ਮਹਾਰਾਜ ਸਾਹਿਬ ਕਹਿੰਦੇ, ਕੀਰਤ ਸਾਥ ਚਲੰਥੋ। ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਜਿੰਨਾ ਸਮਾਂ ਪਰਮੇਸ਼ਰ ਦੀ ਕੀਰਤੀ ਜਸ ਕੀਤਾ, ਗੁਰੂ ਕੀਆਂ ਬਾਤਾਂ ਸੁਣੀਆਂ ਸੁਣਾਈਆਂ, ਹਜ਼ੂਰ ਕਹਿੰਦੇ ਇਹਨੇ ਸਾਥ ਜਾਣਾ। ਕੀਰਤ ਸਾਥ ਚਲੰਥੋ, ਭਣੰਤ ਨਾਨਕ ਸਾਧ ਸੰਗੇ।
ਇਉਂ ਸਾਧ ਸੰਗਤ ਭਗਤਾਂ ਨੇ ਇਸ ਗੱਲ ਨੂੰ ਜਾਣ ਲਿਆ। ਦੁਨੀਆ ਭਰ ਦਾ ਇਤਿਹਾਸ ਭਗਤਾਂ ਦਾ ਪੜ੍ਹ ਲਓ, ਸੰਤਾਂ ਮਹਾਤਮਾ ਦਾ ਪੜ੍ਹ ਲਓ, ਐਸਾ ਕੋਈ ਨਹੀਂ ਦੁਨੀਆ ਤੇ ਹੋਇਆ ਜਿਹੜਾ ਵੀ ਭਗਤੀ ਕਰਨ ਲੱਗਿਆ ਸਭ ਤੋਂ ਪਹਿਲਾਂ ਆਪਣੇ ਅੰਦਰ ਇਹ ਨਿਸ਼ਚਿਤ ਕੀਤਾ ਕਿ ਇਹ ਸੰਸਾਰ ਤੇ ਮੈਂ ਸਦਾ ਰਹਿਣ ਵਾਲਾ ਨਹੀਂ, ਮੈਨੂੰ ਇਹ ਸੰਸਾਰ ਛੱਡਣਾ ਪਏਗਾ, ਕਿਉਂਕਿ ਮੇਰੀਆਂ ਅੱਖਾਂ ਦੇ ਸਾਹਮਣੇ ਸਤਿਗੁਰੂ ਸਾਹਿਬ ਕਹਿੰਦੇ ਨੇ ਬਾਣੀ ਦੇ ਅੰਦਰ, ਬਾਬਾ ਫਰੀਦ ਸਾਹਿਬ ਦਾ ਬੋਲ ਹੈ, ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣੇ ਓਏ, ਤੈ ਪਾਸੋ ਓਏ ਲੱਦ ਗਏ ਤੂੰ ਅਜੇ ਨਾ ਪਤੀਣੀ ਹੋਏ। ਤੈਨੂੰ ਜਨਮ ਦੇਣ ਵਾਲੇ ਇੱਕ ਦਿਨ ਇਸ ਦੁਨੀਆ ਤੇ ਨਹੀਂ ਰਹੇ, ਉਹਨਾਂ ਤੋਂ ਨੇੜੇ ਤੇਰੇ ਲਈ ਕੋਈ ਹੋਰ ਹੋ ਨਹੀਂ ਸੀ ਸਕਦਾ, ਇਸ ਲਈ ਜਾਣਾ ਨਿਸ਼ਚਿਤ ਹੈ। ਭਗਤ ਉਹ ਬਣਦਾ ਹੈ ਜਿਹਨੇ ਜਿਉਂਦਿਆਂ ਹੀ ਮੌਤ ਨੂੰ ਸਵੀਕਾਰ ਕਰ ਲਿਆ। ਮੌਤ ਨੂੰ ਸਵੀਕਾਰ ਕਰਕੇ ਪਰਮੇਸ਼ਰ ਦੀ ਉਸਤਤ ਕੀਤੀ, ਸੰਸਾਰ ਨੂੰ ਮਿੱਥਿਆ ਜਾਣ ਲਿਆ, ਦ੍ਰਿਸ਼ਟੇਣ ਮਿੱਥਿਆ ਕਿ ਜੋ ਦਿਸ ਰਿਹਾ ਹੈ ਇਹ ਝੂਠਾ ਹੈ। ਤਿੰਨ ਸ਼ਬਦਾਂ ਤੋਂ ਸਾਧ ਸੰਗਤ ਭਗਤ ਸ਼ਬਦ ਬਣਦਾ ਹੈ, ਪੱਬਾ, ਗੱਗਾ ਔਰ ਤੱਤਾ। ਤਿੰਨੇ ਅੱਖਰ ਮੁਕਤ ਨੇ। ਇੱਕ ਸੰਕੇਤ ਹੈ ਕਿ ਜਿਹਦੇ ਹਿਰਦੇ ਦੇ ਵਿੱਚ ਭਗਤੀ ਉਕਰ ਆਈ, ਭਗਤੀ ਦੇ ਕਾਰਨ ਭਗਤ ਬਣਦਾ ਹੈ। ਕਦੇ ਭਗਤ ਬਣ ਕੇ ਭਗਤੀ ਨਹੀਂ ਕੀਤੀ ਕਿਸੇ ਨੇ, ਭਗਤੀ ਕਰਕੇ ਭਗਤ ਬਣੇ ਨੇ ਇਸ ਜਹਾਨ ਤੇ। ਭਗਤੀ ਦੇ ਕਾਰਨ ਭਗਤ ਦਾ ਰੁਤਬਾ ਮਿਲਿਆ। ਐਸਾ ਦੁਨੀਆ ਤੇ ਕੋਈ ਨਹੀਂ ਹੋਇਆ ਕਿ ਜਿਹਨੇ ਪਹਿਲਾਂ ਭਗਤ ਦਾ ਰੁਤਬਾ ਹਾਸਲ ਕੀਤਾ ਹੋਵੇ, ਬਾਅਦ ਵਿੱਚ ਭਗਤੀ ਕੀਤੀ ਹੋਵੇ। ਭਗਤੀ ਕੀ ਹੈ? ਇਹ ਖਜ਼ਾਨਾ ਹੈ, ਇਹ ਗੁਣ ਇਕੱਠੇ ਕੀਤੇ। ਭਗਤੀ ਦੀ ਬਾਤ ਸਤਿਗੁਰੂ ਨੇ ਅੰਮ੍ਰਿਤਮਈ ਬਾਣੀ ਵਿੱਚ ਪਾਵਨ ਬੋਲ ਕੇ, ਜਿਉ ਪੁਰਖ ਹੈ ਘਰ ਭਗਤੀ ਨਾਰ ਹੈ, ਅਤ ਲੋਚੈ ਭਗਤੀ ਭਾਏ, ਬਹੁ ਰਸ ਸਾਲਣੇ ਸਵਾਰ ਦੀ ਖਟ ਰਸ ਮੀਠੈ ਪਾਏ। ਤਿਉ ਬਾਣੀ ਭਗਤ ਸਾਲਾਹੰਦੇ, ਹਰ ਨਾਮੈ ਚਿਤ ਲਾਏ, ਮਨ ਤਨ ਧਨ ਆਗੈ ਰਾਖਿਆ, ਸਿਰ ਵੇਚਿਆ ਗੁਰ ਆਗੈ ਜਾਏ। ਗੱਲਾਂ ਨਾਲ ਭਗਤੀ ਨਹੀਂ ਹੁੰਦੀ। ਸਤਿਗੁਰੂ ਕਹਿੰਦੇ ਮਨ ਵੀ, ਤਨ ਵੀ, ਧਨ ਵੀ, ਕੱਲਾ ਇਹ ਤਿੰਨੇ ਗੱਲਾਂ ਨਹੀਂ। ਸਿਰ, ਆਪਣਾ ਸਿਰ ਵੀ ਭਾਵ ਆਪਣਾ ਆਪ ਪਰਮੇਸ਼ਰ ਨੂੰ, ਗੁਰੂ ਨੂੰ ਸਮਰਪਿਤ ਕਰ ਦਿੱਤਾ, ਤੇ ਫਿਰ ਸਾਧ ਸੰਗਤ ਇਹ ਭਗਤੀ ਦਾ ਰੁਤਬਾ ਮਿਲਦਾ ਹੈ। ਪੈ ਭਗਤੀ ਭਗਤ ਬਹੁ ਲੋਚਦੇ, ਪ੍ਰਭ ਲੋਚਾ ਪੂਰ ਮਲਾਏ, ਹਰ ਪ੍ਰਭ ਵੇ ਪ੍ਰਵਾਹ ਹੈ, ਕਿਤ ਖਾਧੈ ਤਿਬਤਾਏ। ਸਤਿਗੁਰੂ ਜੀ ਨੇ ਅਗਲੇ ਸ਼ਬਦਾਂ ਵਿੱਚ ਬੜਾ ਪਿਆਰਾ ਬਚਨ ਕੀਤਾ ਹੈ। ਮਹਾਰਾਜ ਸਾਹਿਬ ਕਹਿੰਦੇ, ਸਤਿਗੁਰ ਕੈ ਭਾਣੈ ਜੋ ਚੱਲੈ, ਤਿਬਤਾਸੈ ਹਰ ਗੁਣ ਗਾਏ। ਗੁਰੂ ਦੇ ਭਾਣੇ ਵਿੱਚ ਚੱਲਣਾ ਔਰ ਹਰੀ ਵਾਹਿਗੁਰੂ ਦਾ ਸਿਮਰਨ ਕਰਕੇ ਆਪਣੀ ਆਤਮਾ ਨੂੰ ਜਿਨ੍ਹਾਂ ਨੇ ਤ੍ਰਿਪਤ ਕਰ ਲਿਆ, ਅਸਲ ਵਿੱਚ ਉਹਨਾਂ ਨੂੰ ਭਗਤ ਕਿਹਾ ਹੈ। ਦੋ ਗੱਲਾਂ, ਗੁਰੂ ਦਾ ਹੁਕਮ, ਗੁਰੂ ਦੀ ਰਜ਼ਾ, ਗੁਰੂ ਦਾ ਭਾਣਾ, ਉਹਦੇ ਵਿੱਚ ਪੂਰੇ ਖਰੇ ਉਤਰੇ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚੱਲੀਐ ਦੁਖ, ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ। ਇਹ ਜਦੋਂ ਅਵਸਥਾ ਬਣਦੀ ਸਾਧ ਸੰਗਤ, ਤੇ ਮਹਾਰਾਜ ਸਾਹਿਬ ਕਹਿੰਦੇ ਉਹ ਭਗਤ ਬਣਦਾ ਹੈ।
ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਜਿਸ ਤਰ੍ਹਾਂ ਇੱਕ ਮਰਦ ਦੇ ਘਰ ਦੇ ਵਿੱਚ ਔਰਤ ਹੈ, ਇੱਕ ਐਸਾ ਸੰਬੰਧ ਹੈ ਕਦੇ ਟੁੱਟਦਾ ਨਹੀਂ, ਇਸੇ ਤਰ੍ਹਾਂ ਭਗਤ ਦਾ ਭਗਤੀ ਨਾਲ ਸੰਬੰਧ ਹੈ ਜਿਹੜਾ ਕਦੇ ਟੁੱਟਦਾ ਨਹੀਂ। ਜਿਸ ਤਰ੍ਹਾਂ ਔਰਤ ਆਪਣੇ ਪਤੀ ਲਈ ਚੰਗੇ ਪਦਾਰਥ ਬਣਾਉਂਦੀ ਹੈ, ਇਸੇ ਤਰ੍ਹਾਂ ਭਗਤੀ ਦੇ ਰਸ ਦੇ ਵਿੱਚੋਂ ਵੀ ਭਗਤ ਜਨ ਭਗਤੀ ਦੁਆਰਾ ਉਸ ਵਾਹਿਗੁਰੂ ਦਾ ਰਸ ਮਾਣਦੇ ਹਨ। ਔਰ ਉਹ ਰਸ ਕੇਵਲ ਤਨ ਤੱਕ ਸੀਮਤ ਨਹੀਂ। ਅਸੀਂ ਜਿੰਨੇ ਵੀ ਪ੍ਰਾਣਾਧਾਰੀ ਜੀਵ ਹਾਂ, ਅਸੀਂ ਰਸ ਤੱਕ ਸੀਮਿਤ ਹਾਂ। ਜ਼ੁਬਾਨ ਦਾ ਰਸ, ਕੰਨਾਂ ਦਾ ਰਸ, ਦੇਖਣ ਦਾ ਰਸ, ਇਹ ਰਸ ਹੀ ਨੇ। ਇਸ ਕਰਕੇ ਕਈ ਵਾਰੀ ਤੁਸੀਂ ਇਹ ਵੀ ਵੇਖੋ, ਜਿੱਥੇ ਕੋਈ ਕਥਾਕਾਰ ਜਾਂ ਕੀਰਤਨੀਆਂ ਗੁਰੂ ਕੀ ਬਾਣੀ ਦਾ ਮਹਿੰਗਾ ਸ਼ਬਦ ਉਚਾਰੇ ਤੇ ਜੇ ਅੰਦਰ ਪ੍ਰੇਮ ਨਾ ਹੋਵੇ ਤਾਂ, ਕਿਉਂਕਿ ਕੰਨ ਜਿਹੜੇ ਨੇ ਉਹ ਰਸ ਤੇ ਲੱਗੇ ਹੋਏ ਨੇ, ਜਿੰਨੀ ਦੇਰ ਤੱਕ ਗੁਰਬਾਣੀ ਦਾ ਰਸ, ਜਿਸ ਤਰ੍ਹਾਂ ਸੈਕਟਰੀ ਸਾਹਿਬ ਕਹਿ ਰਹੇ ਸੀ, ਅੰਦਰ ਨਾ ਉਤਰਿਆ ਹੋਵੇ ਤੇ ਫਿਰ ਜੇ ਕੰਨਾਂ ਦਾ ਰਸ ਨਾ ਮਿਲੇ। ਇਸ ਕਰਕੇ ਸੰਸਾਰ ਵਿੱਚ ਬਹੁ ਗਿਣਤੀ ਐਸੀ ਵੀ ਹੈ ਜਿਹੜੇ ਬਾਣੀ ਨਾਲੋਂ ਕੇਵਲ ਸਾਜ਼ਾਂ ਦੇ ਰਸਤੇ ਖੜੇ ਨੇ। ਬਾਣੀ ਚੋਂ ਰਸ ਨਹੀਂ ਲੈ ਰਹੇ, ਉਹਨਾਂ ਨੂੰ ਕੇਵਲ ਸਾਜ਼ਾਂ ਤੋਂ ਰਸ ਆ ਰਿਹਾ ਹੈ। ਇਹ ਕੰਨਾਂ ਦਾ ਰਸ ਹੈ। ਪਰ ਇੱਕ ਭਗਤੀ ਹੈ ਜਿਹਨੇ ਭਗਤ ਨੂੰ ਸਮਸਤ ਸੰਸਾਰ ਦੇ ਰਸ ਇੱਕ ਭਗਤੀ ਰਾਹੀਂ ਪ੍ਰਾਪਤ ਹੋਏ। ਸਿਰ ਸੌਂਪ ਦਿੱਤਾ, ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਇਆ। ਜਿਨ੍ਹਾਂ ਨੇ ਹੁਕਮ ਮੰਨ ਲਿਆ। ਇਸ ਕਰਕੇ ਇਉਂ ਸਾਧ ਸੰਗਤ ਜੀ ਇਹ ਭਗਤ ਦਾ ਰੁਤਬਾ ਮਿਲਦਾ ਹੈ। ਤਿੰਨ ਸ਼ਬਦ ਨੇ, ਤਿੰਨੇ ਬਹੁਤ ਵੱਡੇ ਗੁਣਾਂ ਦਾ ਖਜ਼ਾਨਾ ਨੇ। ਜਦੋਂ ਤਿੰਨ ਗੁਣ ਇੱਕ ਆਤਮਾ ਵਿੱਚ ਪੂਰੇ ਹੋ ਜਾਣ, ਉਦੋਂ ਭਗਤ ਦਾ ਰੁਤਬਾ ਮਿਲਦਾ ਹੈ। ਭੱਬਾ, ਗੱਗਾ ਔਰ ਤੱਤਾ। ਸਾਧ ਸੰਗਤ ਜਿਹੜਾ ਭੱਬਾ ਅੱਖਰ ਹੈ, ਇਹਦੇ ਅਨੰਤ ਗੁਰਬਾਣੀ ਵਿੱਚ ਪ੍ਰਮਾਣ ਨੇ। ਪਰ ਮੂਲ ਰੂਪ ਵਿੱਚ ਜਿਹੜੇ ਭਗਤ ਨਾਲ ਜੁੜੇ, ਉਹਦੇ ਵਿੱਚ ਕਿਹਾ ਹੈ ਭੱਬੇ ਦਾ ਅਰਥ ਹੈ ਭਾਉ, ਤੇ ਭਾਉ ਦਾ ਅਰਥ ਹੁੰਦਾ ਪ੍ਰੇਮ। ਜਿਹਨੂੰ ਰੱਬ ਨਾਲ ਪ੍ਰੇਮ ਹੀ ਨਹੀਂ ਹੋਇਆ, ਉਹ ਭਗਤ ਨਹੀਂ ਕਹਾ ਸਕਦਾ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਪਾਤਸ਼ਾਹ ਨੇ ਸ਼੍ਰੀ ਮੁਖ ਬਾਕ ਬਾਣੀ ਵਿੱਚ ਪਾਵਨ ਬੋਲ ਕਹੇ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕੈ ਬੈਠ ਰਿਓ ਬਕ ਧਿਆਨ ਲਗਾਇਓ, ਨਾਤ ਫਿਰਿਓ ਲਿਓ ਸਾਤ ਸਮੁੰਦਰਨ ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੇ ਐਸੀ ਐਸੋ ਵੈਸ ਬਤਾਇਓ, ਸਾਚ ਕਹੂੰ ਸੁਨ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਹਿਰਦੇ ਦੇ ਵਿੱਚ ਪ੍ਰੇਮ ਹੋਣਾ। ਪ੍ਰੇਮ ਤੋਂ ਬਿਨਾਂ ਭਗਤ ਹੋ ਹੀ ਨਹੀਂ ਸਕਦਾ, ਭਗਤੀ ਹੋ ਹੀ ਨਹੀਂ ਸਕਦੀ। ਇਹਦੇ ਨਾਲ ਹੀ ਭੱਬਾ ਅੱਖਰ ਇੱਕ ਦੂਸਰੇ ਗੁਣ ਦਾ ਸੰਕੇਤ ਦਿੰਦਾ ਹੈ। ਜਿਹਦਾ ਭਾਉ ਪ੍ਰੇਮ ਪੈਦਾ ਹੋ ਗਿਆ, ਉਹਦਾ ਹੀ ਅੰਦਰ ਹਿਰਦੇ ਵਿੱਚ ਭੈ, ਵਾਹਿਗੁਰੂ ਪਰਮੇਸ਼ਰ ਦਾ ਭੈ। ਇੱਕ ਅਰਥ ਇਹ ਕੀਤਾ ਹੈ। ਇੱਕ ਅਰਥ ਇਹ ਵੀ ਕੀਤਾ ਕਿ ਜਿਹਦੇ ਅੰਦਰ ਪਰਮੇਸ਼ਰ ਦਾ ਪ੍ਰੇਮ ਪੈਦਾ ਹੋ ਗਿਆ, ਉਹਨੂੰ ਸੰਸਾਰ ਦਾ ਕੋਈ ਵੀ ਡਰ ਨਹੀਂ ਰਿਹਾ, ਉਹਦੇ ਭੈ ਮੁੱਕ ਗਏ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨ ਧਿਆਨ। ਨਾ ਉਹ ਕਿਸੇ ਦਾ ਭੈ ਮੰਨਦਾ ਤੇ ਨਾ ਉਹ ਕਿਸੇ ਨੂੰ ਭੈ ਆਪਣਾ ਦਿੰਦਾ ਹੈ। ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਇਹ ਸੰਸਾਰ ਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਗਿਆਨੀਆਂ ਦਾ, ਮਹਾਂਪੁਰਖਾਂ ਦਾ ਇਹ ਤੱਤ ਹੈ। ਨਾਮ ਰਸ ਦੇ ਵਿੱਚ ਜਿਹੜੀ ਆਤਮਾ ਲੀਨ ਹੋ ਜਾਏ, ਨਾ ਉਹ ਕਿਸੇ ਦਾ ਭੈ ਮੰਨਦੀ ਹੈ ਤੇ ਨਾ ਉਹ ਕਿਸੇ ਨੂੰ ਭੈ ਦਿੰਦੇ ਨੇ।
ਤੇ ਸਾਧ ਸੰਗਤ ਜੀ ਦੂਸਰਾ ਅਰਥ ਹੈ ਗੱਗਾ। ਗੱਗਾ ਅਰਥ ਹੈ ਗਿਆਨ ਦਾ। ਬਚ ਕੁਦਰਤੀ ਬਾਤ ਹੈ। ਗਿਆਨ ਦਾ ਅਰਥ ਹੁੰਦਾ ਜਾਣਕਾਰੀ। ਜਾਣਕਾਰੀ ਦੋ ਤਰ੍ਹਾਂ ਦੀ ਹੈ। ਰੱਬੀ ਗਿਆਨ ਦੋ ਰੂਪ ਦੇ ਵਿੱਚ ਦੇਖਿਆ ਜਾਂਦਾ ਹੈ। ਇੱਕ ਤਾਂ ਹੁੰਦੀ ਹੈ ਜਾਣਕਾਰੀ। ਜਾਣਕਾਰੀ ਹੁੰਦੀ ਹੈ ਬਾਹਰੀ। ਇੱਕ ਹੁੰਦੀ ਹੈ ਪ੍ਰਾਪਤੀ, ਲੈਤਾ ਹੋ ਜਾਣੀ। ਇਸ ਤਰ੍ਹਾਂ ਗਿਆਨ ਦੀ ਇਹ ਅਵਸਥਾ ਭਗਤ ਦਾ ਜਿਹੜਾ ਮੁੱਢਲਾ ਜੀਵਨ ਹੈ, ਕਿਉਂਕਿ ਬਿਨਾਂ ਜਾਣਕਾਰੀ ਤੋਂ ਕੀਤਾ ਹੋਇਆ ਪ੍ਰੇਮ ਕਿਤੇ ਵੀ ਠੇਡਾ ਦੇ ਸਕਦਾ ਹੈ। ਜਿਨ੍ਹਾਂ ਨੇ ਇਹ ਦੁਨੀਆ ਦਾ ਇਤਿਹਾਸ ਕਹਿੰਦਾ ਕਿ ਬਿਨਾਂ ਗਿਆਨ ਤੋਂ ਕੱਲਾ ਪ੍ਰੇਮ ਕੀਤਾ, ਉਹਨਾਂ ਨੇ ਠੇਡੇ ਖਾ ਲਏ। ਇਹ ਤਾਂ ਨਿਰੰਕਾਰੀ ਬਾਤ ਹੈ। ਤੁਸੀਂ ਦੁਨੀਆ ਤੇ ਤਜਰਬਾ ਕਰ ਲਓ। ਜਿਸ ਇਨਸਾਨ ਬਾਰੇ ਤੁਹਾਨੂੰ ਬਹੁਤੀ ਜਾਣਕਾਰੀ ਨਾ ਹੋਵੇ, ਤੁਹਾਡਾ ਉਹਦੇ ਨਾਲ ਕੁਦਰਤੀ ਪ੍ਰੇਮ ਪੈ ਜਾਏ, ਤੁਸੀਂ ਪ੍ਰੇਮ ਕਰਦੇ ਹੋ ਸੱਚੇ ਮਨੋਂ। ਇੱਕ ਦਿਨ ਕੋਈ ਐਸੀ ਬਾਤ ਸਾਹਮਣੇ ਆਉਂਦੀ ਹੈ, ਤੁਹਾਡਾ ਮਨ ਚੋਟ ਖਾਂਦਾ ਹੈ। ਮਨ ਕਹਿੰਦਾ ਹੈ, ਮਨਾ ਮੈਨੂੰ ਲੱਗਦਾ ਨਹੀਂ ਸੀ ਐਸਾ ਨਿਕਲੇਗਾ। ਮੈਂ ਤੇ ਬੜਾ ਪ੍ਰੇਮ ਕਰਦਾ ਸੀ, ਮੇਰੇ ਨਾਲ ਇਹਨੇ ਧੋਖਾ ਕਰ ਦਿੱਤਾ, ਮੈਂ ਖਤਾ ਖਾ ਗਿਆ। ਅਸਲ ਵਿੱਚ ਉਹ ਖਤਾ ਇਸ ਲਈ ਖਾਧੀ, ਪ੍ਰੇਮ ਤਾਂ ਕੀਤਾ ਸੀ ਪਰ ਉਹਦੇ ਬਾਰੇ ਗਿਆਨ ਨਾ ਹਾਸਲ ਕੀਤਾ। ਪ੍ਰੇਮ ਔਰ ਗਿਆਨ ਜਿਸ ਤਰ੍ਹਾਂ ਸਾਡੇ ਤੁਰਨ ਵਾਲੇ ਦੋ ਕਦਮ ਨੇ, ਜੇ ਇੱਕ ਨਾ ਹੋਵੇ ਤਾਂ ਬੰਦੇ ਦਾ ਤੁਰਨਾ ਬੜਾ ਮੁਸ਼ਕਲ ਹੈ। ਰੂਹਾਨੀਅਤ ਮਾਰਗ ਤੇ ਪ੍ਰੇਮ ਔਰ ਗਿਆਨ ਦਾ ਪਰਸਪਰ ਸੰਬੰਧ ਹੈ। ਬਿਨਾਂ ਪ੍ਰੇਮ ਤੋਂ ਗਿਆਨ ਸੁੱਕਾ ਹੋ ਜਾਂਦਾ, ਭਿੱਜਦਾ ਨਹੀਂ। ਜਿਵੇਂ ਪੱਥਰ ਪਾਣੀ ਦੇ ਵਿੱਚ ਰੱਖੋ, ਉਹਨੂੰ ਜਿੰਨੀ ਕੁ ਦੇਰ ਅੰਦਰ ਰਹਿੰਦਾ ਭਿੱਜਿਆ ਰਹਿੰਦਾ। ਸੁੱਕਾ ਗਿਆਨ ਜਿੰਨੀ ਕੁ ਦੇਰ ਗਿਆਨ ਦੀਆਂ ਗੱਲਾਂ ਕਰਨ ਵਾਲਾ ਕਰੀ ਜਾਂਦਾ, ਬਸ ਉਨਾ ਗਿਆਨ, ਉਸ ਤੋਂ ਬਾਅਦ ਫਿਰ ਉਸ ਤੋਂ। ਤੇ ਸਾਧ ਸੰਗਤ ਜੀ ਤੀਸਰਾ ਅਰਥ ਹੈ ਤੱਤਾ। ਤੱਤਾ ਅਰਥ ਹੈ ਤਿਆਗ ਦਾ ਵਾਚਕ ਹੈ। ਜਿਹਦੇ ਕੋਲ ਪਰਮੇਸ਼ਰ ਦਾ ਗਿਆਨ ਹੋਵੇ, ਪਰਮੇਸ਼ਰ ਲਈ ਪ੍ਰੇਮ ਹੋਵੇ, ਉਹ ਪਰਮੇਸ਼ਰ ਦੇ ਪ੍ਰੇਮ ਦੇ ਵਿੱਚ ਇਸ ਦੁਨੀਆ ਦੀ ਵੱਡੀ ਤੋਂ ਵੱਡੀ ਗੱਲ ਦਾ ਵੀ ਤਿਆਗ ਕਰਨ ਲਈ ਤਿਆਰ ਹੈ। ਮਹਾਰਾਜ ਨੇ ਕਿਹਾ ਨਾ, ਸਿਰ ਵੇਚਿਆ ਗੁਰ ਆਗੇ ਜਾਏ। ਉਹ ਆਪਣਾ ਸਿਰ ਵੀ ਸੌਂਪਣ ਨੂੰ ਤਿਆਰ ਹੈ ਕਿ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਏ। ਤਿਆਗ ਕਿਸ ਦਾ ਕੀਤਾ? ਵਿਕਾਰਾਂ ਦਾ ਤਿਆਗ, ਮੋਹ ਦਾ ਤਿਆਗ। ਕਿਉਂਕਿ ਅਸਲ ਵਿੱਚ ਭਗਤ ਹੁੰਦਾ ਹੈ, ਉਹ ਸਭ ਤੋਂ ਪਹਿਲਾਂ ਮੋਹ ਦਾ ਤਿਆਗ ਕਰਦੇ ਨੇ। ਪੰਜ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਕਿਸੇ ਨੇ ਕਿਹਾ ਇਹਨਾਂ ਵਿੱਚ ਆ ਵੱਡਾ, ਕਿਸੇ ਨੇ ਕਿਹਾ ਉਹ ਵੱਡਾ, ਪਰ ਜੋ ਵਿਦਵਾਨਾਂ ਨੇ, ਬ੍ਰਹਮ ਗਿਆਨੀਆਂ ਨੇ ਤੱਤ ਕੱਢਿਆ ਕਿ ਇਹਨਾਂ ਵਿੱਚ ਸਭ ਤੋਂ ਵੱਡਾ ਮੋਹ ਹੈ। ਜਿਹਦੇ ਅੰਦਰ ਮੋਹ ਦੀ ਜੜ ਹੋਵੇ, ਇਹ ਚਾਰ ਵਿਕਾਰ ਤਾਂ ਉਹਦੀ ਤਾਬਿਆਦਾਰੀ ਵਿੱਚ ਖੜੇ ਰਹਿੰਦੇ ਨੇ। ਦੇਖੋ, ਜੇ ਅੰਦਰ ਸਾਡੇ ਮੋਹ ਹੈ, ਮੋਹ ਦੇ ਕਾਰਨ ਸਾਧ ਸੰਗਤ ਜੀ ਲੋਭ ਪੈਦਾ ਹੁੰਦਾ ਹੈ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿ ਆਨ ਲਟਾਵੈ। ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਵੇਰਾ ਤੇਰੇ ਜੀਅ ਪਹਿਲੀ ਜੈ। ਮੋਹ ਦੇ ਕਾਰਨ ਲੋਭ ਆਉਂਦਾ ਹੈ। ਜੇ ਪਰਿਵਾਰ ਨਾਲ, ਪੁੱਤ ਧੀਆਂ ਨਾਲ ਮੋਹ ਨਾ ਹੋਵੇ, ਕਦੇ ਸੁਣਿਆ ਵੀ ਕਿਸੇ ਨੇ ਕਿਸੇ ਵਾਸਤੇ ਠੱਗੀ ਮਾਰੀ ਹੋਵੇ? ਜਦੋਂ ਵੀ ਮਾਰੀ ਆਪਣੇ ਵਾਸਤੇ, ਆਪਣੇ। ਮੋਹ ਦੇ ਕਾਰਨ ਹੀ ਕਾਮ ਰੂਪੀ ਵਿਕਾਰ ਹੈ। ਪਹਿਲਾ ਮੋਹ ਜੁੜਦਾ ਹੈ, ਫਿਰ ਵਿਕਾਰ ਦੀ ਦ੍ਰਿਸ਼ਟੀ ਪੈਦਾ ਹੁੰਦੀ ਹੈ। ਮੋਹ ਦੇ ਕਾਰਨ ਹੀ ਕ੍ਰੋਧ ਉਤਪਨ ਹੁੰਦਾ ਹੈ। ਜਿੰਨੀਆਂ ਲੜਾਈਆਂ ਹੁੰਦੀਆਂ ਨੇ, ਉਹਦੇ ਵਿੱਚ 70% ਸਾਧ ਸੰਗਤ ਜਾਂ ਜ਼ਮੀਨ ਜਾਂ ਪਰਿਵਾਰ। ਜਾਇਦਾਦ ਨਾਲ ਵੀ ਮੋਹ ਹੈ, ਪਰਿਵਾਰ ਨਾਲ ਵੀ ਮੋਹ ਹੈ। ਬਹੁਤੇ ਫਸਾਦ ਝਗੜਿਆਂ ਦਾ ਕਾਰਨ 70% ਜ਼ਮੀਨ ਜਾਇਦਾਦ ਹੁੰਦੀ ਹੈ। ਕਤਲਾਂ ਤੱਕ ਗੱਲ ਪਹੁੰਚ ਜਾਂਦੀ, ਜਾਂ ਪਰਿਵਾਰ ਦੇ ਝਮੇਲੇ ਹੁੰਦੇ ਨੇ। ਕਹਿਣ ਲੱਗੇ ਮਹਾਰਾਜ ਫਿਰ ਹੰਕਾਰ। ਮਹਾਰਾਜ ਕਹਿੰਦੇ ਸੰਸਾਰ ਦੇ ਵਿੱਚ ਕਿਸੇ ਦਾ ਮੋਹ ਆਪਣੇ ਰੁਤਬੇ ਨਾਲ ਹੈ, ਗੱਦੀ ਨਾਲ ਹੈ, ਕਿਸੇ ਦਾ ਆਪਣੇ ਪਰਿਵਾਰ ਨਾਲ ਹੈ, ਤੋ ਕਿਸੇ ਦਾ ਮੋਹ
ਆਪਣੀ ਜ਼ਮੀਨ ਜਾਇਦਾਦ ਨਾਲ ਹੈ। ਜਿਸ ਚੀਜ਼ ਦਾ ਵੀ ਬੰਦਾ ਹੰਕਾਰ ਕਰਦਾ ਹੈ, ਸਾਧ ਸੰਗਤ ਅਸਲ ਵਿੱਚ ਉਹਦੇ ਨਾਲ ਉਹਦਾ ਮੋਹ ਹੁੰਦਾ ਹੈ, ਤਾਂ ਹੰਕਾਰ ਕਰਦਾ ਹੈ। ਜੇ ਮੇਰਾ ਰੁਤਬੇ ਨਾਲ ਮੋਹ ਹੈ ਤਾਂ ਮੈਨੂੰ ਉਸ ਰੁਤਬੇ ਦਾ ਹੰਕਾਰ ਹੈ। ਜੇ ਮੇਰਾ ਜ਼ਮੀਨ ਜਾਇਦਾਦ ਨਾਲ ਮੋਹ ਹੈ ਤਾਂ ਮੈਨੂੰ ਆਪਣੇ ਧਨ ਪਦਾਰਥ ਦਾ ਹੰਕਾਰ ਹੈ। ਮੈਨੂੰ ਪੁੱਤ ਧੀਆਂ ਦਾ ਮੋਹ ਹੈ ਤਾਂ ਮੈਨੂੰ ਉਹਦਾ ਹੰਕਾਰ ਹੈ। ਇਸ ਤਰ੍ਹਾਂ ਭਗਤ ਜਿਹੜੇ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਸਾਧ ਸੰਗਤ ਮੋਹ ਦੀ ਜੜ ਨੂੰ ਕੱਟ ਦਿੱਤਾ, ਤਿਆਗ ਦਿੱਤਾ। ਪ੍ਰੇਮ, ਗਿਆਨ ਔਰ ਤਿਆਗ। ਜਿਸ ਆਤਮਾ ਦੇ ਵਿੱਚ ਸਾਧ ਸੰਗਤ ਤਿੰਨੇ ਗੁਣ ਆ ਗਏ, ਉਹ ਸੰਸਾਰ ਤੇ ਭਗਤ ਕਹਾਏ। ਉਹਨਾਂ ਨੂੰ ਭਗਤ ਕਹੇ। ਬਿਨ ਗੁਣ ਕੀਤੇ ਭਗਤ ਨਾ ਬਿਨਾਂ ਇਹ ਗੁਣ ਨੇ ਔਰ ਹੋਰ ਵੀ ਅਸਤ ਕੀਤੇ। ਭੱਬੇ ਦਾ ਅਰਥ ਭਰਮ ਵੀ ਕਿਹਾ ਹੈ, ਗੱਗੇ ਦਾ ਅਰਥ ਗੋਬਿੰਦ ਵੀ ਕਿਹਾ ਹੈ, ਤੱਤੇ ਦਾ ਅਰਥ ਤਰਾਸ ਵੀ ਕਿਹਾ ਹੈ। ਜਿਨ੍ਹਾਂ ਦਾ ਹਿਰਦੇ ਦਾ ਭਰਮ ਮਿਟ ਗਿਆ, ਜਿਨ੍ਹਾਂ ਦਾ ਹਿਰਦਾ ਗੋਬਿੰਦ ਨਾਲ ਜੁੜ ਗਿਆ ਤੇ ਜਿਨ੍ਹਾਂ ਦੇ ਹਿਰਦੇ ਵਿੱਚੋਂ ਤਰਾਸ ਕੀ ਡਰ ਖਤਮ ਹੋ ਗਿਆ, ਇਹ ਮੋਹਰ ਸਤਿਗੁਰੂ ਨੇ ਬਾਣੀ ਵਿੱਚ ਲਾਈ ਹੈ। ਮਹਾਰਾਜ ਸਾਹਿਬ ਕਹਿੰਦੇ ਭੱਬਾ ਭਰਮ ਮਿਟਾਵਹੁ ਆਪਣਾ, ਆ ਸੰਸਾਰ ਸਗਲ ਹੈ ਸੁਪਨਾ। ਭਰਮੇ ਸੁਰ ਨਰ ਦੇਵੀ ਦੇਵਾ, ਭਰਮੇ ਸਿਧ ਸਾਧਕ ਅਹਮੇਵਾ। ਭਰਮ ਭਰਮ ਮਾਨੁਖ ਡਹਿਕਾਏ, ਦੁੱਤਰ ਮਹਾ ਬਿਖਮ ਇਹ ਮਾਏ। ਗੁਰਮੁਖ ਭ੍ਰਮ ਭੈ ਮੋਹ ਮਿਟਾਇਆ। ਉਹਨਾਂ ਨੇ ਭੈ ਵੀ ਮੋਹ ਵੀ ਸਾਰਾ ਕੁਝ ਮਿਟਾ ਦਿੱਤਾ। ਇਸੇ ਭਰਮ ਤੇ ਮੈਂ ਭਗਤ ਰਵਿਦਾਸ ਜੀ ਦੇ ਜੀਵਨ ਦੀ ਤੁਹਾਨੂੰ ਇੱਕ ਬੇਨਤੀ ਕਰਨ ਲੱਗਾ, ਜਿਹੜੀ ਬਾਣੀ ਵਿੱਚ ਉਹਨਾਂ ਨੇ ਆਪਣੀ ਮੁਬਾਰਕ ਰਸਨਾ ਤੋਂ ਕਹੀ। ਜਿਸ ਵਕਤ ਸਾਧ ਸੰਗਤ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਕਹਿੰਦੇ ਨੇ ਪਰਖ ਲੈਣ ਵਾਸਤੇ ਸਾਹਮਣੇ ਖਲੋ ਕੇ, ਜਿਸ ਵਕਤ ਭਗਤ ਸਾਹਿਬ ਚਰਨਾਂ ਨੂੰ ਹੱਥ ਲਾਉਣ ਲੱਗੇ, ਥੋੜੇ ਜਿਹੇ ਕਦਮ ਪਿੱਛੇ ਕਰ ਲਏ। ਕਹਿਣ ਲੱਗੇ ਪਰਮੇਸ਼ਰ, ਕਦਮ ਪਿੱਛੇ ਖਿੱਚਣ ਦਾ ਕਾਰਨ, ਕਹਿੰਦੇ ਰਵਿਦਾਸ ਇਹਦਾ ਕਾਰਨ ਹੈ ਜਿਹੜੀ ਦ੍ਰਿਸ਼ਟੀ ਨਾਲ ਤੈਨੂੰ ਸੰਸਾਰ ਵੇਖਦਾ ਹੈ, ਉਸੇ ਦ੍ਰਿਸ਼ਟੀ ਨਾਲ ਮੈਂ ਵੇਖਦਾ। ਇਸ਼ਾਰਾ ਕਰ ਦਿੱਤਾ। ਭਗਤ ਰਵਿਦਾਸ ਸਾਹਿਬ ਕਹਿੰਦੇ, ਹੇ ਵਾਹਿਗੁਰੂ ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਕਹਿੰਦੇ ਹੇ ਪਰਮੇਸ਼ਰ, ਤੇਰੀ ਰਸਨਾ ਤੋਂ ਕਦੇ ਭਰਮ ਦੀ ਬਾਤ ਨਹੀਂ ਸੁਣੀ ਜਾ ਸਕਦੀ। ਹੋ ਤਾਂ ਪਰਖਣਾ ਰਹੀ ਸੀ ਭਗਤੀ ਦੀ ਔਰ ਭਗਤ ਦੀ। ਕਹਿਣ ਲੱਗੇ ਚਲੋ ਫਿਰ ਐਂ ਦੱਸ ਕਿ ਤੂੰ ਭਰਮ ਬਾਰੇ ਕੁਝ ਜਾਣਦਾ ਹੈ ਕਿ ਭਰਮ ਕੀ ਹੁੰਦਾ ਹੈ? ਕਹਿੰਦੇ ਹਾਂ। ਕਹਿੰਦੇ ਕੀ ਹੁੰਦਾ ਹੈ? ਕਹਿੰਦੇ ਜੈਸਾ ਮਾਨੀਐ ਹੋਏ ਨਾ ਤੈਸਾ। ਜਿਹੋ ਜਿਹਾ ਇਨਸਾਨ ਮੰਨ ਕੇ ਤੁਰਿਆ ਹੁੰਦਾ ਹੈ, ਉਹੋ ਜਿਹਾ ਨਹੀਂ ਹੁੰਦਾ, ਇਹਨੂੰ ਭਰਮ ਕਹਿੰਦੇ ਨੇ। ਕਹਿੰਦੇ ਬਾਤ ਬਣੀ ਨਹੀਂ, ਇਹਦੀ ਕੋਈ ਐਗਜ਼ਾਮਪਲ ਦੇ। ਕਹਿੰਦੇ ਐਗਜ਼ਾਮਪਲ ਇਹ ਹੈ, ਵਾਹਿਗੁਰੂ ਅਨਲ ਅਗਮ ਜੈਸੇ ਲਹਿਰ ਮੈਂ ਉਦਦ, ਜਲ ਕੇਵਲ ਜਲ ਮਾਹੀ। ਕਹਿੰਦੇ ਪਾਣੀ ਤੋਂ ਲਹਿਰ ਪੈਦਾ ਹੋਈ ਹੈ। ਦੁਨੀਆ ਨੇ ਉਸ ਲਹਿਰ ਦੀ ਬੜੀ ਸ਼ਲਾਘਾ ਕੀਤੀ ਕਿ ਲਹਿਰ ਬਹੁਤ ਸੋਹਣੀ ਲੱਗਦੀ ਹੈ, ਪਰ ਪਰਮੇਸ਼ਰ ਉਹ ਲਹਿਰ ਪਾਣੀ ਤੋਂ ਵੱਖ ਨਹੀਂ ਹੁੰਦੀ। ਸੰਸਾਰ ਦੀ ਉਤਪਤੀ ਤੁਹਾਤੋਂ ਹੋਈ ਹੈ, ਇਸ ਕਰਕੇ ਇਹੋ ਜਗ ਸੱਚਾ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਸੰਸਾਰ ਤੁਹਾਤੋਂ ਵੱਖ ਨਹੀਂ ਹੈ। क्योंकि जब हम होते तब तू नाही, अब तू ही मैं नाही। जिस तरह जदों लहर नहीं हुंदी तां सारे कहंदे ने ये समुंदर है, ये पानी है, पर जदों लहर उठदी है उदों कोई नहीं कहंदा ये समुंदर है, उदों कहंदे ने ये लहर है। हुण लहर बनी उसे पानी तो, जिस वक्त वो लहर उसे पानी विच समा गई, उस तो बाद फिर उन्होंने कोई लहर नहीं कहता।
ਇਸੇ ਤਰ੍ਹਾਂ ਜਿੰਨੀ ਦੇਰ ਤੱਕ ਹਿਰਦੇ ਵਿੱਚ ਅਹੰਗ ਭਾਵ ਹੈ, ਦ્વੈਤ ਹੈ, ਉਨੀ ਦੇਰ ਤੱਕ ਮੈਂ ਹੈ। ਜਿਸ ਵਕਤ ਇਹ ਅਹੰਗ ਭਾਵ ਮਿਟ ਗਿਆ ਤਾਂ ਸੱਚ ਇਹ ਹੈ ਕਿ ਉਸ ਤੋਂ ਬਾਅਦ ਜਿਵੇਂ ਲਹਿਰ ਤੇ ਸਮੁੰਦਰ ਇੱਕ ਹੋ ਜਾਂਦਾ ਹੈ ਵਾਹਿਗੁਰੂ, ਉਦੋਂ ਭਗਤੀ ਕਰਨ ਵਾਲੇ ਦੀ ਬਿਰਤੀ ਔਰ ਪਰਮੇਸ਼ਰ ਦੀ ਇੱਕ ਲੈਤਾ ਹੋ ਜਾਂਦੀ ਹੈ। ਉਸ ਤੋਂ ਅੱਗੇ ਇੱਕ ਫਿਰ ਹੋਰ ਬੜੀ ਕਮਾਲ ਦੀ ਮਿਸਾਲ ਦਿੱਤੀ। ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਬਿਛਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਸਾਧ ਸੰਗਤ ਇਹ ਰਾਜੇ ਜਨਕ ਦੀ ਗਾਥਾ ਮੰਨੀ ਹੈ। ਰਾਜਾ ਜਨਕ ਰਾਤ ਨੂੰ ਸੁੱਤਾ, ਸੁਪਨਾ ਆਇਆ। ਸੁਪਨੇ ਵਿੱਚ ਕੀ ਵੇਖਿਆ ਕਿ ਥੋੜੇ ਜਿਹੇ ਸਮੇਂ ਦੇ ਵਿੱਚ ਹੀ ਰਾਜ ਭਾਗ ਖੁੱਸ ਗਿਆ। ਰਾਜ ਭਾਗ ਖੁੱਸਣ ਤੋਂ ਬਾਅਦ ਅਵਸਥਾ ਭਿਖਾਰੀਆਂ ਵਾਲੀ ਬਣ ਗਈ। ਹੌਲੀ ਹੌਲੀ ਫਿਰਦਾ ਫਿਰਦਾ ਕਦੇ ਕਾਸ਼ੀ ਕਦੇ ਕਿਤੇ ਤੀਰਥਾਂ ਤੇ। ਇੱਕ ਦਿਨ ਕੀ ਹੋਇਆ, ਸੁਪਨੇ ਦੇ ਵਿੱਚ ਇਹ ਸੁਪਨਾ ਆਇਆ, ਰਾਜ ਗਵਾਇਆ, ਭਿਖਾਰੀ ਬਣਿਆ। ਭਿਖਾਰੀ ਦਰ ਦਰ ਮੰਗਦਾ ਫਿਰਦਾ ਕਿ ਇੱਕ ਦਿਨ ਕਿਤੇ ਮੰਗਣ ਵਾਲਿਆਂ ਵਾਸਤੇ ਲੰਗਰ ਲੱਗਿਆ ਹੋਇਆ ਹੈ, ਲਾਈਨ ਲੱਗੀ ਹੋਈ ਹੈ, ਖਿਚੜੀ ਰਿੰਨੀ ਹੋਈ ਸੀ ਤੇ ਲਾਈਨ ਦੇ ਵਿੱਚ ਲੱਗ ਗਏ। ਜਦੋਂ ਬਿਲਕੁਲ ਵਾਰੀ ਆਈ ਨੇੜੇ, ਐਨੇ ਨੂੰ ਸਾਧ ਸੰਗਤ ਖਿਚੜੀ ਮੁੱਕ ਗਈ। ਭੰਡਾਰੀ ਕਹਿਣ ਲੱਗਾ ਇਹਨੇ ਭੁੱਖ ਬੜੀ ਲੱਗੀ ਸੀ, ਕਿਆ ਮੈਂ ਤਾਂ ਭੁੱਖ ਤੋਂ ਤੜਫ ਰਿਹਾ। ਉਹ ਕਹਿੰਦਾ ਫਿਰ ਤੇਰੇ ਕੋਲ ਭਾਂਡਾ ਕੋਈ ਨਹੀਂ, ਚਲੋ ਖੁਰਚ ਖਰਚ ਕੇ ਮੈਂ ਦੇ ਦੇਵਾਂ। ਭੱਜ ਨੱਠ ਕੇ ਇੱਕ ਠੂਠਾ ਲਿਆਂਦਾ ਸੁਪਨੇ ਦੇ ਵਿੱਚ ਹੀ ਰਾਜੇ ਜਨਕ ਨੇ। ਉਹਦੇ ਵਿੱਚ ਥੋੜੀ ਜਿਹੀ ਖੁਰਚ ਖਰਚ ਕੇ ਖਿਚੜੀ ਪਵਾਈ। ਕੀ ਵੇਖਦਾ ਕਿ ਇੱਕ ਸਾਈਡ ਤੇ ਬੈਠਾ ਜੇ ਖਾਣ ਹੀ ਲੱਗਿਆ, ਦੋ ਸੰਡੇ ਭਿੜਦੇ ਭਿੜਦੇ ਆ ਗਏ। ਉਹ ਭਿੜਦੇ ਭਿੜਦੇ ਜਦੋਂ ਕੋਲ ਆਏ, ਠੋਕਰ ਵੱਜੀ ਤੇ ਉਹ ਸਾਧ ਸੰਗਤ ਭਾਂਡਾ ਫੁੱਟ ਗਿਆ। ਜਿਉਂ ਹੀ ਠੋਕਰ ਦੀ ਸੁਪਨੇ ਦੇ ਵਿੱਚ ਵੱਜੀ ਠੋਕਰ ਤੇ ਰਾਜੇ ਜਨਕ ਦੀ ਜਾਗ ਖੁੱਲ ਗਈ। ਜਦੋਂ ਹੁਣ ਵੇਖਿਆ, ਹੁਣ ਦੇਖਦੇ ਆ ਮਹਿਲਾਂ ਦੇ ਵਿੱਚ ਬੈਠਾ ਹੈ, ਸਿੰਘਾਸਣ ਤੇ ਹੈ, ਰਾਜ ਭਾਗ ਦਾ ਮਾਲਕ। ਸਾਧ ਸੰਗਤ ਰਿਸ਼ੀ ਮੁਨੀ ਸੱਦ ਲਏ, ਵੱਡੇ ਵੱਡੇ ਵਿਦਵਾਨ ਸੱਦ ਲਏ। ਸੱਦ ਕੇ ਕਹਿੰਦਾ ਕਿ हे ऋषि जनों, यह सच या वह सच। ਹੁਣ ਕਿਸੇ ਨੂੰ ਸਮਝ ਨਾ ਆਵੇ, ਇੱਕ ਦੂਸਰੇ ਵੱਲ ਦੇਖਣ ਲੱਗੇ ਵੀ ਇਹ ਕਹਿ ਕੀ ਰਿਹਾ ਹੈ। ਕਹਿੰਦਾ ਮੇਰਾ ਸਵਾਲ ਹੈ ਇਹ ਸੱਚ ਜਾਂ ਉਹ ਸੱਚ, ਇਹਦਾ ਉੱਤਰ ਦਿਓ। ਤੁਹਾਡਾ ਕੰਮ ਹੈ, ਬੰਦਗੀ ਕਰਨ ਵਾਲੇ ਹੋ, ਵਿਦਵਾਨ ਹੋ। ਜੇ ਉੱਤਰ ਨਹੀਂ ਦਿਓਗੇ ਤਾਂ ਫਿਰ ਇਹ ਆ, ਹੁਣ ਤੁਸੀਂ ਆਪਣੇ ਘਰ ਨਹੀਂ ਜਾ ਸਕੋਗੇ, ਮੈਂ ਇੱਥੇ ਕੈਦ ਕਰ ਲੈਣਾ ਤੁਹਾਨੂੰ ਸਾਰਿਆਂ ਨੂੰ, ਉੱਤਰ ਲੈ ਕੇ ਜਾਣ ਦੇਣਾ। ਸਾਰੇ ਰਿਸ਼ੀ ਮਹਾਰਿਸ਼ੀ ਕਰ ਲਏ ਕੈਦ। ਉਹਨਾਂ ਦਿਨਾਂ ਦੇ ਵਿੱਚ ਅਸ਼ਟਾਵਕਰ ਜੀ, ਜਿਨ੍ਹਾਂ ਦੇ ਸਰੀਰ ਦੇ ਵਿੱਚ 8 ਬਲ ਪੈਂਦੇ ਸਨ, ਹੈ ਸੀ ਬ੍ਰਹਮ ਗਿਆਨੀ। ਉਹਨਾਂ ਦਾ ਪਿਤਾ ਵੀ ਕੈਦ ਸੀ। ਜਦੋਂ ਅਸ਼ਟਾਵਕਰ ਜੀ ਨੂੰ ਪਤਾ ਲੱਗਿਆ, ਸਿੱਧੇ ਇਹਦੇ ਰੋਜ਼ ਸਭਾ ਬਹਿੰਦੀ ਸੀ। ਕੈਦ ਦਾ ਮਤਲਬ ਇਹ ਨਹੀਂ ਸੀ ਵੀ ਜੇਲ੍ਹ 'ਚ ਸਿੱਟੇ ਸੀ। ਕਹਿੰਦਾ ਪਰ ਮੈਂ ਜਾਣ ਨਹੀਂ ਦੇਣੇ ਜਿੰਨੀ ਦੇਰ ਮੇਰਾ ਮਸਲਾ ਹੱਲ ਨਹੀਂ ਹੁੰਦਾ। ਅਸ਼ਟਾਵਕਰ ਜੀ ਗਏ, ਇੱਧਰ ਵੀ ਵਿਦਵਾਨ ਰਿਸ਼ੀ ਮੁਨੀ ਸੰਤ ਮਹਾਤਮਾ ਬੈਠੇ, ਇੱਧਰ ਵੀ ਬੈਠੇ। ਤੇ ਰਾਜਾ ਜਨਕ ਕਹਿਣ ਲੱਗਾ ਜੀ ਹਾਂ ਜੀ ਦੱਸੋ। ਕਹਿੰਦੇ ਰਾਜਨ ਤੇਰੇ ਪ੍ਰਸ਼ਨ ਦਾ ਉੱਤਰ ਦੇਣ ਵਾਸਤੇ ਆਇਆ ਹਾਂ। ਇੱਕੋ ਦਮ ਸਾਧ ਸੰਗਤ ਰਿਸ਼ੀ ਮੁਨੀ ਜਿਹੜੇ ਸੀ ਬੈਠੇ ਹੱਸ ਪਏ। ਅਸ਼ਟਾਵਕਰ ਜੀ ਕਹਿੰਦੇ ਰਾਜਨ, ਇੱਕ ਜਨਕ ਸੀ ਜਿਹੜਾ ਨਹੀਂ ਹੱਸਿਆ, ਕਿਉਂਕਿ ਫਿਰ ਵੀ ਧਰਮੀ ਰਾਜਾ ਸੀ, ਧਰਮ ਸੀ ਪੱਲੇ। ਕਿਸੇ ਦਾ ਚੰਮ ਵੇਖ ਕੇ, ਕਿਸੇ ਦੀ ਸੂਰਤ ਦੇਖ ਕੇ ਕਦੇ ਹਿਸਾਬ ਨਹੀਂ ਲਾਇਆ ਜਾ ਸਕਦਾ। ਅਸ਼ਟਾਵਕਰ ਜੀ ਕਹਿੰਦੇ ਕੌਣ ਨੇ ਜਿਹੜੇ ਬਿਠਾਏ ਨੇ? ਕਹਿੰਦੇ ਜੀ ਇਹ ਤਾਂ ਰਿਸ਼ੀ ਮੁਨੀ ਨੇ। ਕਹਿੰਦਾ ਰਿਸ਼ੀ ਮੁਨੀ ਨੇ, ਇਹ ਤਾਂ ਚੰਮ ਦੇ ਵਪਾਰੀ ਨੇ।
ਇਹਨਾਂ ਚੋਂ ਕਿਹੜਾ ਰਿਸ਼ੀ ਮੁਨੀ ਹੈ ਰਾਜਨ? ਜੇ ਰਿਸ਼ੀ ਮੁਨੀ ਹੁੰਦੇ ਇਹਨਾਂ ਨੇ ਮੇਰੀ ਅਵਸਥਾ ਨਹੀਂ ਵੇਖੀ, ਮੇਰਾ ਗਿਆਨ ਨਹੀਂ ਵੇਖਿਆ, ਕੇਵਲ ਮੇਰਾ ਚੰਮ ਵੇਖ ਕੇ ਇੱਕ ਸੰਸਾਰ ਦੀ ਤਰ੍ਹਾਂ ਹਿੜ ਹਿੜ ਹੱਸ ਰਹੇ ਨੇ। ਇਸੇ ਕਰਕੇ ਧੱਕੇ ਖਾ ਰਹੇ ਨੇ, ਇੰਨੇ ਦਿਨ ਦੇ ਤੇਰੀ ਕੈਦ ਦੇ ਵਿੱਚ ਫੜੇ ਹੋਏ ਨੇ। ਚਲੋ ਛੱਡੋ, ਬੋਲ ਸਵਾਲ ਕਰ, ਉਤਰਦੇ ਆ। ਕਹਿੰਦਾ ਜੀ ਸਵਾਲ ਉਹੀ ਹੈ, ਇਹ ਸੱਚ ਜਾਂ ਉਹ ਸੱਚ? ऋषि कहता ये भी झूठ वो भी झूठ। जनक कहता महर्षि उत्तर स्पष्ट नहीं। कहते तेरा प्रश्न किहड़ा स्पष्ट है? तू प्रश्न स्पष्ट करते तेरा उत्तर स्पष्ट हो जाएगा। जिहो जा तेरा प्रश्न है बिल्कुल वही उत्तर है। तू कहना ये सच या वो सच, मैं कहना ये भी झूठ वो भी झूठ। अष्टावक्र जी कहन लगे, हे ऋषि जनो, विद्वता दे पक्ष तो ठीक है मैं तुहाडे ते कटाक्ष कीता जदों तुसीं हसे, पर इन्नी गल मैनूं पता है इहदे प्रश्न दा तुसीं सारे ही उत्तर देण दी समर्था रखदे हो, पर चलाकी राजा जनक कर रहा है तुहाडे नाल। विद्वता दे आधार ते तुसीं दे देओगे। कहंदे असल विच इहनूं आया सुपना, नरपत एक सिंघासन सोया। सुपने दे विच की होया? सुपने भया भिखारी, सुपने विच बन गया भिखारी। ਇਹਦੇ ਵਜੇ ਠੇਡੇ ਵੱਜਣ ਤੋਂ ਬਾਅਦ ਉੱਠਿਆ। ਹੁਣ ਇਹਨੂੰ ਸਮਝ ਨਹੀਂ ਆ ਰਹੀ ਕਿ ਮੈਂ ਹੁਣ ਸੱਚ 'ਚ ਬੈਠਾ ਜਾਂ ਮੈਂ ਸੁਪਨੇ ਵਿੱਚ ਸੱਚ ਦੇ ਵਿੱਚ ਬੈਠਾ ਸੀ। ਇਹ ਪੁੱਛ ਰਿਹਾ ਇਹ ਸੱਚ ਜਾਂ ਉਹ ਸੱਚ? ਕਹਿੰਦੇ ਮੈਂ ਇਹਨੂੰ ਕਹਿਣਾ ਜੈਸਾ ਸੁਪਨਾ ਰਹਿਣ ਕਾ ਤੈਸਾ ਸੰਸਾਰ, ਦ੍ਰਿਸ਼ਟਮਾਨ ਸਭ ਬਿਨਸੀਆ ਕਿਆ ਲੱਗਾ ਗਵਾਰ। ਭਾਈ ਇਹ ਸੰਸਾਰ ਵੀ ਝੂਠਾ ਹੈ ਤੇ ਤੇਰਾ ਸੁਪਨਾ ਵੀ ਝੂਠਾ ਹੈ। ਤੇ ਭਗਤ रविदास जी कहते हे परमात्मा माधवे क्या कहिए भ्रम ऐसा, जैसा मानिया होए ना तैसा। बस इनू भरम कहंदे ने, क्योंकि जिहो जा कोई मनदा है उहा जा अगे तो ना होना यही भरम है। कमाल करती भगत साहब ने, एवें नहीं गुरबाणी विच एडा वड्डा अस्थान मिलिया है। गुरसिखो याद रखियो, असीं अपनियां वंडियां विच उलझ गए। जदों भी कोई संसार दा व्यक्ति धन श्री गुरु ग्रंथ साहिब महाराज नूं नमस्कार करदा है तां उस वक्त जिन्हां जिन्हां महापुरख भगतां नूं गुरबाणी विच वड्डा सन्मानयोग अस्थान मिलिया, असीं नाल ही उन्हां नूं नमस्कार करदे हां। इह नहीं कि भगत वखरे ने। इस तो अगे एक होर मिसाल दती, राज भयंग प्रसंग जैसे है। कहन लगे हे वाहिगुरु, हनेरे विच रस्सी पई सी, रस्सी दे कारण हनेरे दे कारण वो रस्सी सप दिसी। घर दे विच किसे दे मंजे दे कोल रस्सी पई, हनेरा सी, सप लग्या, सारी रात उस हनेरे दे विच बैठा रहा डर के कि सामने सप है। कहंदे जदों सूरज दी पहली किरण उतरी की वेखदा, वो सामने रस्सी पई है। कहंदा ओहो सारी रात गवा लई, इह भुलेखे विच के सप है, पर सप नहीं सी, ये रस्सी सी। भगत रविदास जी कहते सच है कि संसार ने उम्र रूप रात गवा ली इस भुलेखे विच कि संसार ही सच है। ये नहीं जानिया कि असल विच सच केवल वाहिगुरु है। साध संगत एक गल होर भी याद रखियो, विद्वान तुहाडे विच बैठे ने, दास नूं भी वेदांत पढ़न दा मौका महापुरखां ने आप पढ़ाया। हनेरे विच रस्सी नहीं दे सकदी, ये गल याद रखियो। जे पक्ष मस्या दा होवे ना हनेर दा, किवें देखोगे उच?
ਅਸਲ ਵਿੱਚ ਧਰਮ ਸ਼ਾਸਤਰ ਵਿਦਾਂਤ ਕਹਿੰਦਾ ਸਮਾਨ ਅੰਤਰ, ਭਾਵ ਥੋੜਾ ਜਿਹਾ ਹਨੇਰਾ ਥੋੜਾ ਜਿਹਾ ਚਾਨਣਾ ਫੇਰ ਪਈ ਵਸਤੂ ਦਿਸਦੀ ਹੁੰਦੀ ਆ, ਪੂਰੇ ਹਨੇਰੇ 'ਚ ਨਹੀਂ ਦਿਸਦੀ ਹੁੰਦੀ। ਜਿਹੜਾ ਸੰਸਾਰ ਹੈ ਨਾ, ਪੂਰਾ ਹਨੇਰਾ ਨਹੀਂ ਹੈ। ਕਿਹਨੂੰ ਨਹੀਂ ਪਤਾ ਕਿ ਸਾਡੇ ਨਾਲ ਦੇ ਸੰਗੀ ਸਾਥੀ ਸੰਸਾਰ ਤੋਂ ਜਾ ਰਹੇ, ਅਸੀਂ ਵੀ ਜਾਣਾ। ਇਹ ਤੇ ਗੱਲ ਭਾਈ ਜਿਹੜੇ ਗੁਰਦੁਆਰੇ ਨਹੀਂ ਵੀ ਕਦੇ ਆਏ, ਜਿਨ੍ਹਾਂ ਨੇ ਕਦੇ ਬਾਣੀ ਦੀ ਤੁਕ ਨਹੀਂ ਪੜ੍ਹੀ, ਮਨਮੁਖ ਤੋਂ ਮਨਮੁਖ ਬੰਦਾ ਵੀ ਜਾ ਕੇ ਮੜੀਆਂ 'ਚ ਦੇਖ ਲਿਓ, ਵੀ ਇਹੀ ਗੱਲ ਕਹਿੰਦਾ ਹੁੰਦਾ ਕਿ ਇੱਥੇ ਹੈ ਕੁਛ ਨਹੀਂ। ਇਹਦਾ ਮਤਲਬ ਉਹਨੂੰ ਵੀ ਪਤਾ ਹੈ। ਇਹਨੂੰ ਕਹਿੰਦੇ ਨੇ ਸਮਾਨ ਅੰਤਰ, ਭਾਵ ਨਾ ਪੂਰਾ ਹਨੇਰਾ ਤੇ ਨਾ ਪੂਰਾ ਚਾਨਣਾ। ਕਹਿਣ ਲੱਗੇ, ਹੇ ਵਾਹਿਗੁਰੂ, ਜਿਵੇਂ ਹੀ ਉਹ ਸੂਰਜ ਦੀ ਕਿਰਨ ਮਿਲੀ, ਅਸਲ ਦੇ ਵਿੱਚ ਸਾਧ ਸੰਗਤ ਜਦੋਂ ਸੂਰਜ ਦੀ ਕਿਰਨ ਪ੍ਰਾਪਤ ਹੋਈ, ਬਸ ਇਹੀ ਹਾਲਾਤ ਨੇ। ਬਾਤ ਰੱਸੀ ਤੇ ਸੱਪ ਦੀ ਨਹੀਂ, ਬਾਤ ਸਾਡੀ ਹੈ। ਸੰਸਾਰ ਦੇ ਵਿੱਚ ਇਹ ਉਮਰ ਰੂਪ ਰਾਤ ਹੈ। ਜਿਸ ਉਮਰ ਰੂਪ ਰਾਤ ਦੇ ਵਿੱਚ ਸਾਡਾ ਮਨ ਸੰਸਾਰ ਦੇ ਪਦਾਰਥਾਂ ਨੂੰ ਭੁਲੇਖੇ ਦੇ ਵਿੱਚ, ਅਗਿਆਨ ਦੇ ਅੰਧਕਾਰ ਦੇ ਵਿੱਚ, ਜਿਵੇਂ ਹਨੇਰੇ ਵਿੱਚ ਰੱਸੀ ਸੱਪ ਲੱਗ ਰਹੀ ਹੈ, ਇਸੇ ਤਰ੍ਹਾਂ ਸੰਸਾਰ ਦੇ ਝੂਠੇ ਪਦਾਰਥ ਸੱਚ ਲੱਗ ਰਹੇ ਨੇ। ਪਰ ਜੇ ਸੋ ਚੰਦਾ ਉਗਵਹਿ, ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਜਿਸ ਦਿਨ ਗੁਰੂ ਦੀ ਕਿਰਪਾ ਰੂਪੀ ਸੂਰਜ ਦੀ ਇੱਕ ਕਿਰਨ ਹਿਰਦੇ ਦੇ ਵਿੱਚ ਪੈਂਦੀ ਹੈ, ਤੇ ਉਦੋਂ ਹੀ ਪਤਾ ਲੱਗ ਜਾਂਦਾ ਕਿ ਸੰਸਾਰ ਝੂਠਾ ਹੈ। ਵਿਦਵਾਨਾਂ ਮਹਾਂਪੁਰਖਾਂ ਨੇ ਕਹਿੰਦੇ ਸੰਸਾਰ ਸਮੁੰਦਰ ਹੈ। ਕਹਿੰਦੇ ਜੀ ਸਮੁੰਦਰ ਤਾਂ ਪਾਣੀ ਦਾ ਭਰਿਆ ਹੈ। ਕਹਿੰਦੇ ਸਮੁੰਦਰ ਵੀ, ਸੰਸਾਰ ਰੂਪੀ ਸਮੁੰਦਰ ਦੇ ਵਿੱਚ ਮਾਇਆ ਰੂਪੀ ਜਲ ਹੈ। ਉਹ ਪਾਣੀ ਦਾ ਭਰਿਆ, ਇਹ ਮਾਇਆ ਰੂਪੀ ਜਲ ਨਾਲ ਭਰਿਆ। ਕਹਿੰਦੇ ਜੀ ਫਿਰ ਉਸ ਸਮੁੰਦਰ ਦੇ ਵਿੱਚ ਤੇ ਛੱਲਾਂ ਬੜੀਆਂ ਆਉਂਦੀਆਂ ਨੇ। ਵਿਦਵਾਨ ਗੁਰਬਾਣੀ ਦਾ ਸਿਧਾਂਤ ਕਹਿੰਦਾ ਹੈ ਕਿ ਸੰਸਾਰ ਰੂਪੀ ਸਮੁੰਦਰ ਮਾਇਆ ਦੇ ਜਲ ਵਿੱਚ ਵਕਾਰਾਂ ਦੀਆਂ ਛੱਲਾਂ ਬਹੁਤ ਆਉਂਦੀਆਂ ਨੇ। ਜਿੰਨੇ ਪ੍ਰਕਾਰ ਦੇ ਵਕਾਰ ਅੰਦਰ ਫੁਰ ਰਹੇ ਨੇ, ਇਹ ਮਾਇਆ ਰੂਪੀ ਜਲ ਵਿੱਚ ਸਾਧ ਸੰਗਤ ਇਹ ਛੱਲਾਂ ਨੇ। ਕਹਿੰਦੇ ਜੀ ਸੰਸਾਰ ਜਿਹੜਾ ਸਮੁੰਦਰ ਹੈ, ਤਰ ਕੇ ਤਾਂ ਉਹ ਪਾਰ ਨਹੀਂ ਕੋਈ ਕਰ ਸਕਦਾ। ਮਹਾਰਾਜ ਕਹਿੰਦੇ ਇਹੀ ਹਾਲਾਤ ਇਹ ਸੰਸਾਰ ਦੇ ਨੇ। ਸੰਸਾਰ ਸਮੁੰਦੇ ਤਾਰ ਗੋਬਿੰਦੇ। ਕਹਿੰਦੇ ਸਮੁੰਦਰ ਨੂੰ ਪਾਰ ਕਰ ਲਈ ਬੇੜੇ ਦਾ ਔਰ ਮਲਾਹ ਦਾ ਹੋਣਾ ਬੜਾ ਜ਼ਰੂਰੀ ਹੈ। ਕਿ ਇਹ ਮਾਇਆ ਦੇ ਜਿਹੜਾ ਤੁਸੀਂ ਕਿਹਾ ਭਰਿਆ ਹੋਇਆ ਜਲ ਦਾ ਪਾਣੀ, ਜਿਹਦੇ ਵਿੱਚ ਵਕਾਰਾਂ ਦੀਆਂ ਛੱਲਾਂ ਨੇ, ਇੱਥੇ ਵੀ ਕੋਈ ਬੇੜਾ ਹੈ? ਕਹਿੰਦੇ ਹਾਂ, ਇੱਥੇ ਗੁਰੂ ਮਲਾਹ ਹੈ, ਨਾਮ ਦਾ ਬੇੜਾ ਹੈ। ਨਾਮ ਦੇ ਬੇੜੇ ਤੇ ਚੜ ਕੇ ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰ ਪਾਰ ਉਤਾਰਨ ਹਾਰ। ਪੜ੍ਹਦੇ ਨਾ ਅਸੀਂ। ਇਸ ਤੇ ਸਤਿਗੁਰੂ ਜੀ ਨੇ ਇੱਕ ਪਾਵਨ ਬੋਲ ਕਹੇ ਨੇ, ਚੌਥੇ ਪਾਤਸ਼ਾਹ ਨੇ। ਮਹਾਰਾਜ ਸਾਹਿਬ ਕਹਿੰਦੇ ਸਤਿਗੁਰ ਪੁਰਖ ਹਰ ਧਿਆਏ ਦਾ, ਸਤ ਸੰਗਤ ਸਤਿਗੁਰ ਭਾਏ, ਸਤ ਸੰਗਤ ਸਤਿਗੁਰ ਸੇਵਦੇ, ਹਰ ਮੇਲੇ ਗੁਰ ਮੇਲਾਏ। ਸਤ ਸੰਗਤ ਦੇ ਵਿੱਚ ਸਤਿਗੁਰੂ ਤੋਂ ਬਿਨਾਂ ਸਤ ਸੰਗਤ ਹੋ ਹੀ ਨਹੀਂ ਸਕਦੀ। ਸਤਿਗੁਰੂ ਦੇ ਨਾਲ ਸਤ ਸੰਗਤ ਹੈ। ਸਤਿਗੁਰੂ ਦੀ ਯਾਦ ਨੂੰ ਸਤ ਸੰਗਤ ਕਿਹਾ ਹੈ, ਜਿੱਥੇ ਸਤ ਦੀ ਵਿਚਾਰ ਹੋਵੇ। ਧੰਨ ਗੁਰੂ ਰਾਮਦਾਸ ਮਹਾਰਾਜ ਸਾਹਿਬ ਕਹਿੰਦੇ, ਗੁਰਸਿੱਖੋ ਸਤਿਗੁਰ ਪੁਰਖ ਹਰ ਧਿਆਏ ਦਾ, ਸਤ ਸੰਗਤ ਸਤਿਗੁਰ ਭਾਏ, ਸਤ ਸੰਗਤ ਸਤਿਗੁਰ ਸੇਵਦੇ, ਹਰ ਮੇਲੇ ਗੁਰ ਮੇਲਾਏ। ਅਗਲੇ ਬਚਨ ਬੜੇ ਪਿਆਰ ਵਾਲੇ ਨੇ, ਸੁਣਨ ਵਾਲੇ ਨੇ। ਮਹਾਰਾਜ ਕਹਿੰਦੇ ਇਹ ਭੌਜਲ ਜਗਤ ਸੰਸਾਰ ਹੈ। ਇਹ ਸੰਸਾਰ ਭਾਈ ਸਮੁੰਦਰ ਦੀ ਨਿਆਈ ਭਰਿਆ। ਕਹਿੰਦੇ ਤਰੇਗਾ ਕਿਵੇਂ? ਗੁਰ ਬੋਹਿਤ ਨਾਮ ਤਰਾਏ। ਇੱਥੇ ਗੁਰੂ ਰੂਪ ਜਹਾਜ਼, ਬੇੜਾ, ਮਲਾਹ ਨਾਮ ਦੇ ਸਹਾਰੇ ਸਤਿਗੁਰੂ ਕਹਿੰਦੇ ਪਾਰ ਲੰਘਦਾ ਹੈ। ਕਹਿੰਦੇ ਮਹਾਰਾਜ ਇਹਦੇ ਵਿੱਚ ਕੋਈ ਹੋਰ ਮਰਜ਼ਾਦਾ ਵੀ ਕੰਮ ਕਰਦੀ ਹੈ। ਸਤਿਗੁਰੂ ਕਹਿੰਦੇ
दो पक्ष ने, एक सिख दा एक गुरु दा। कुछ निजम गुरु साहब ने अपने कोल रखे ने ते कुछ सिख नूं दित्ते ने। उन्हां निजमां दा मिलाप साडे जीवन दा बेड़ा तारेगा। जदों भी कोई चीज निजमां तो बाहर हो जाए, असल विच निजम सारे गुरु दे ने। कुछ गुरु साहब ने अपने हिस्से रख ले ते कुछ सिख नूं दित्ते। बस गल इन्नी कह, जिदन सिख उन्हां निजमां ते आ जावे, गुरु ते किरपा करे दिंदा कि निजम गुरु दे दित्ते ने, पर असीं उन्हां निजमां तो बाहर हां। जदों निजमां तो बाहर हुंदे ने फिर की हुंदा है? जिहड़ा चलान दे फरले आउंदे ने, की लिखिआ हुंदा उन्हां ते कि तुसीं ट्रैफिक नियमां दी उलंघना कीती है। महाराज कहंदे भाई निजमां च आ जाओ, तुहानूं कोई नहीं रोकेगा। महाराज कहंदे जिवें संसार दे निजमां दे विच रहो ते संसार दीआं अदालतां, संसार दा कानून तुहानूं कुछ नहीं कहंदा, ते निरंकार दे निजमां विच चलोगे, उस दरगाह दे विच भी तुहानूं कोई कुछ नहीं कह सकदा। पर जदों निजमां तो उल्ट जाओगे, फिर सतगुरु कहंदे पुन्न दान जो बीज दे सब धर्म राय कह जाई। फिर तो उत्ते हले लेखा धर्म राय दे होना, पर नाले कह दिता बिना सतगुरु तो कोई छड़ा नहीं सकदा। बिना सतगुरु जम काल ना छोड़े, दूजा भाई खुआई। इसे करके महाराज कहंदे ऐ संसार दे जीवन एक गल याद रखी, जो बन जांदा नजर ना आवे, जर पहुंचे मर जाई। पुत कलत मोह हेत है, अंत बेली को ना सुखाई। सतगुर सेवे सो सुख पाए। सुख उन्हें पाउणा जिहड़ा सतगुरु दी सेवा दे विच है, सतगुरु दे नाल जुड़िया। तो इउं साध संगत धन गुरु रामदास महाराज साहब जी कहण लगे, गुरसिखो ये गुरु दे निजम ने, गुरु दे अपने कोल ने। भाव गुरु ने ये निजम रख लिया कि सिख नूं तारना गुरु ने है, नाम गुरु ने देना है, नाम जपण दा तरीका गुरु ने देना है। नाम जपण दा तरीका ये गुरु दिंदा है, ये निजम गुरु कोल दे ने। ते जिहड़े भाई गुरु दी इस गल दी बराबरता करन, संसार विच किहड़ा नहीं हैगे। जिहड़े नकली गुरु बन के बहदे ने, वो की है? जिहड़ा ठेकेदार बनदा कि मैं नाम दन्ना, वो गुरु साहब दे निजमां दे विपरीत गुरु दी उलंघना कर रहा है। ये निजम गुरु दा है। पंजां प्यारिਆਂ ने सानू नाम दिता। पंज प्यारिਆਂ ने किस हस्ती विच दिता? क्योंकि दसम पातशाह कह के खालसा जी मेरी आत्मा ग्रंथ, मेरे प्राण पंथ। श्री गुरु रामदास महाराज साहब कहते जेड़ा सिख गुरु नूं ध्याउंदा है सतसंगत द्वारा, तां गुरु साहब उहदे ते किरपा करदे ने, उहनूं नाम दी दात दिंदे ने, नाम दे आसरे उहनूं तारदे। ये तां निजम कहंदे गुरु दे कोल है। कहंदे महाराज साहब फिर सिख नूं किहड़ा निजम पालना पैंदा है? महाराज कहंदे गुर सिੱਖੀ ਭਾਣਾ ਮੰਨਿਆ, गुर पूरा पार लंघाए। कहते फिर गुरसिख नूं भाणा मनना पैंदा है। अपना भाणा जो चले भाई विछड़ चोटा खाए। जिहड़ा अपनी मर्जी नाल चलूगा वो फिर महाराज कहते मेरी कोई गारंटी नहीं होती। जो शरण आवे तिस कंठ लावे, इहो बिरध सुआमी संदा। जो शरण परै तिसकी पत राखै, जाए पुछो वेद पुरानी है। इस करके जिन्हां ने जिंदगी विच कोई खटिया तां साध संगत गुरु दी शरण विच आके खटिया। गुर पूरा पार लंघा, गुरु पूरा उहनूं पार लंघाउंदा है भाणे विच आके। किन्ने गुरसिखां दी असीं मिसालां सिख इतिहास विच मिलदियां ने। भाई भखारी जी दी किड्डी वड्डी मिसाल है। पता होने के बावजूद भी कि पुत्र की मौत आनी है, जेड़ा सिख पहुंचदा पुछदा कि भाई भखारी जदों पता सी कि पुत्र नी मौत होनी है फिर इनू व्याहना क्यों सी? कहन लगे असल दे विच ये सारी भाणी दी रजा सी। मैं किते भी इस गल नूं रोकदा तां मैं भाणी दी रजा तो उल्ट जांदा।
ਅਕਸਰ ਜਿੱਥੇ ਵੀ ਪਾਣੀ ਦੀ ਗੱਲ ਆਈ ਤਾਂ ਸਾਧ ਸੰਗਤ ਭਾਈ ਭਿਖਾਰੀ ਨੂੰ ਸਾਡੇ ਸਿੱਖ ਇਤਿਹਾਸ ਨੇ, ਸਾਡੇ ਪ੍ਰਚਾਰਕਾਂ ਨੇ ਹਰ ਜਗ੍ਹਾ ਤੇ ਯਾਦ ਕੀਤਾ। ਗੁਰੂ ਪ੍ਰੇਮ ਦੀਆਂ ਬਖਸ਼ਾਂ ਕਰਦਾ ਹੈ। ਦਸਮ ਪਾਤਸ਼ਾਹ ਸਤਿਗੁਰੂ ਕਵੀਆਂ ਨੂੰ ਬਹੁਤ ਪਿਆਰ ਕਰਦੇ ਸਨ, ਕਵੀਆਂ ਨੂੰ ਸਨੇਹ ਦਿੰਦੇ ਸੀ। ਸਵਾ ਲੱਖ ਇੱਕ ਕਵਿਤਾ ਦਾ ਦੇ ਦਿੰਦੇ ਸਨ ਇਨਾਮ। ਇੱਕ ਗਰੀਬ ਗੁਰਸਿੱਖ, ਅਤ ਦੀ ਗਰੀਬੀ ਨੇ ਸਾਧ ਸੰਗਤ ਉਹਨੂੰ ਤੰਗ ਕੀਤਾ। ਤੰਗੀ ਘਰ ਦੀ ਇੰਨੀ ਕੁ ਹੋ ਗਈ, ਇੱਕ ਦਿਨ ਧਰਮ ਸੁਪਤਨੀ ਕਹਿਣ ਲੱਗੀ, ਗੁਰੂ ਕੇ ਸਿੱਖਾ, ਅਸੀਂ ਸੁਣਿਆ ਕਿ ਦਸਮ ਪਾਤਸ਼ਾਹ ਆਪਣੇ ਇੱਕ ਸਿੱਖ ਨੂੰ ਇੱਕ ਕਵਿਤਾ ਦੇ ਬਦਲੇ ਸਵਾ ਲੱਖ ਰੁਪਇਆ ਦੇ ਦਿੰਦੇ ਨੇ। ਅੱਜ ਘਰ ਦੇ ਵਿੱਚ 2 ਦਾਣੇ ਵੀ ਸਾਡੇ ਕੋਲ ਖਾਣ ਲਈ ਮੌਜੂਦ ਨਹੀਂ, ਤੇ ਜਾ ਕੇ ਤੂੰ ਉਸ ਗੁਰੂ ਦੇ ਦਰ ਤੇ ਅਰਦਾਸ ਕਰ ਲੈ, ਤੇ ਜਿਹੜਾ ਗੁਰੂ ਇੱਕ ਕਵਿਤਾ ਦਾ 1.25 ਲੱਖ ਦੇ ਸਕਦਾ ਹੈ, ਤੂੰ ਆਪਣੇ ਸਿੱਖ ਦੇ ਤੇ ਭੰਡਾਰੇ ਭਰ ਸਕਦਾ ਹੈ। ਸਿੱਖ ਕਹਿਣ ਲੱਗਾ, ਭਾਗਵਾਨੇ ਤੈਨੂੰ ਇਹ ਵੀ ਯਾਦ ਹੋਊਗਾ ਕਿ ਉਸ ਗੁਰੂ ਦਾ ਇਹ ਵੀ ਬਚਨ ਹੈ ਕਿ ਮੰਗ ਕੇ ਨਹੀਂ ਖਾਣਾ, ਮੰਗ ਕੇ ਨਹੀਂ ਖਾਣਾ। ਹਾਂ, ਪਰ ਤੂੰ ਕਿਹਾ ਕਿ ਕਵਿਤਾ, ਹੁਣ ਮੇਰੇ ਮਨ 'ਚ ਇੱਕ ਗੱਲ ਆ ਗਈ। ਸਾਧ ਸੰਗਤ ਜੀ, ਉਹ ਸਿੱਖ ਸਤਿਗੁਰਾਂ ਦੇ ਹਜ਼ੂਰੀ ਵਿੱਚ ਪਹੁੰਚ ਗਿਆ। ਸ਼ਾਮਾਂ ਦਾ ਵਕਤ ਹੁੰਦਾ ਸੀ, ਕਵੀ ਦਰਬਾਰ ਸਜਦਾ, ਕਵੀਆਂ ਦੇ ਬੈਠਣ ਦੀ ਇੱਕ ਜਗ੍ਹਾ ਬਣੀ ਹੋਈ ਸੀ। ਸਮਾਂ ਸੀ, ਸਾਧ ਸੰਗਤ ਇਹ ਸਿੱਖ ਜਾ ਕੇ ਉਸ ਜਗ੍ਹਾ ਤੇ ਬੈਠ ਗਿਆ ਜਿੱਥੇ ਕਵੀਆਂ ਦਾ ਬੈਠਣ ਦਾ ਅਸਥਾਨ ਸੀ, ਔਰ ਬੈਠ ਵੀ ਸਾਰਿਆਂ ਤੋਂ ਮੂਹਰੇ ਗਿਆ। ਹੌਲੀ ਹੌਲੀ ਕਵੀ ਆਉਣੇ ਸ਼ੁਰੂ ਹੋ ਗਏ। ਕਵੀਆਂ ਨੂੰ ਲੱਗਿਆ ਸ਼ਾਇਦ ਕੋਈ ਨਵਾਂ ਕਵੀ ਆਇਆ ਹੋਊਗਾ, ਇਸ ਕਰਕੇ ਸਵਾਲ ਕਿਸੇ ਨੇ ਨਹੀਂ ਕੀਤਾ। ਗੁਰੂ ਸਾਹਿਬ ਦਾ ਭੈ ਵੀ ਸੀ ਕਿ ਅਸੀਂ ਕੌਣ ਹੁੰਨੇ ਆ ਪੁੱਛਣ ਵਾਲੇ। ਇੱਕ ਗੁਰੂ ਦੇ ਘਰ ਵਿੱਚ ਕੋਈ ਬੈਠਾ, ਗੁਰੂ ਨੂੰ ਪਤਾ। ਕਵੀ ਪਹਿਲਾਂ ਸੱਜ ਜਾਂਦੇ ਸਨ, ਸਤਿਗੁਰੂ ਬਾਅਦ ਚ ਆਉਂਦੇ। ਜਿਸ ਵਕਤ ਦਸਮ ਪਾਤਸ਼ਾਹ ਆ ਕੇ ਸਿੰਘਾਸਣ ਤੇ ਬੈਠੇ, ਪਾਤਸ਼ਾਹ ਦੀ ਨਿਗਾਹ ਉਹ ਸਿੱਖ ਵੱਲ ਪਈ। ਕਹਿੰਦੇ, ਬਾਈ ਤੂੰ ਕਵੀ ਹੈ? ਕਿਉਂਕਿ ਕਵੀਆਂ 'ਚ ਵੀ ਚਰਚਾ ਹੋਗੀ ਕਿ ਸ਼ਾਇਦ ਕੋਈ ਨਵਾਂ ਕਵੀ ਆਇਆ, ਇਸ ਕਰਕੇ ਮੂਹਰੇ ਬੈਠੇ ਸਾਰੇ। ਤੂੰ ਕਵੀ ਹੈ? ਹੱਥ ਜੋੜ ਕੇ ਕਹਿਣ ਲੱਗਾ, ਨਹੀਂ ਪਾਤਸ਼ਾਹ, ਮੈਂ ਕਵੀ ਨਹੀਂ ਹਾਂ। ਨਾਲ ਹੀ ਕਹਿਣ ਲੱਗਾ, ਸਤਿਗੁਰੂ ਕਵਿਤਾ ਸੁਣਾਉਣੀ ਹੈ। ਕਲਗੀਧਰ ਪਾਤਸ਼ਾਹ ਕਹਿੰਦੇ, ਕਵੀ ਤੂੰ ਹੈ ਨਹੀਂ, ਕਵਿਤਾ ਤੂੰ ਸੁਣਾਉਣੀ ਹੈ। ਇਹ ਬਾਤ ਬੜੀ ਅਜੀਬ ਜੀ ਲੱਗ ਰਹੀ ਹੈ। ਕਹਿੰਦੇ, ਹਾਂ ਮਹਾਰਾਜ, ਕਵੀ ਹਾਂ ਨਹੀਂ, ਪਰ ਕਵਿਤਾ ਜ਼ਰੂਰ ਸੁਣਾਵਾਂਗਾ। ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਚੰਗਾ ਚੱਲ ਫਿਰ, ਅੱਜ ਪਹਿਲਾਂ ਤੂੰ ਹੀ ਆਪਣੀ ਕਵਿਤਾ ਸੁਣਾ। ਸਤਿਗੁਰਾਂ ਦੇ ਸਾਧ ਸੰਗਤ ਸਾਹਮਣੇ ਖੜ ਗਿਆ, ਚਿਹਰੇ ਵੱਲ ਤੱਕ ਰਿਹਾ ਹੈ। ਤੱਕਦਿਆਂ ਰਸਨਾ ਤੋਂ ਬਚਨ ਉਚਾਰਿਆ। ਕਹਿੰਦੇ, ਗਰੀਬ ਕੋ ਨਵਾਜ ਤੂੰ ਗਰੀਬ ਮੇਰੋ। ਗਰੀਬ ਕੋ ਨਵਾਜ ਮੈਂ ਗਰੀਬ ਤੇਰੋ। 1 ਵਾਰ 2 ਵਾਰ 3 ਵਾਰ ਕਹੀ ਜਾਂਦਾ, ਤੇ ਸਾਧ ਸੰਗਤ ਨਾਲੇ ਹਿਰਦੇ ਦੇ ਵਿੱਚੋਂ ਐਸਾ ਵਿਰਾਗ ਫੁੱਟਿਆ, ਸ਼ਮ ਕਰਕੇ ਜਲ ਵਹੀ ਜਾ ਰਿਹਾ ਹੈ। ਦਸਮ ਪਾਤਸ਼ਾਹ ਕਹਿੰਦੇ, ਇਸ ਤੋਂ ਅੱਗੇ ਵੀ ਕੁਝ ਕਹੇਗਾ। ਗਰੀਬ ਕੋ ਨਵਾਜ ਮੈਂ ਗਰੀਬ ਤੇਰੋ। ਕਹਿੰਦਾ, ਦਾਤਾ ਇਤਨਾ ਤੋਂ ਕਹਿ ਦੋ ਕਿ ਤੂੰ ਗਰੀਬ ਮੇਰੋ, ਕਿ ਸਤਿਗੁਰੂ ਤੁਸੀਂ ਮੇਰੇ ਹੋ। ਦਸਮ ਪਾਤਸ਼ਾਹ ਜੀ ਸਿੰਘਾਸਣ ਤੋਂ ਉੱਠ ਕੇ ਖੜੇ ਹੋ ਗਏ। ਕਹਿੰਦੇ, ਸਿੱਖਾ ਅੱਜ ਮੰਗ ਤੈਨੂੰ 3 ਲੋਕਾਂ ਦਾ ਰਾਜ ਦੇ ਦਿਆਂ। ਕਹਿੰਦੇ, ਪਾਤਸ਼ਾਹ ਜੋ ਕੁਛ ਇੱਛਾ ਲਾ ਕੇ ਤੁਰਿਆ ਸੀ, ਸਤਿਗੁਰ ਕਾ ਦਰਸ਼ਨ ਸਫਲ ਹੈ। ਜੋ ਇੱਛਾ ਸੋ ਫਲ ਪਾਏ। ਮਹਾਰਾਜ ਹੁਣ ਉਹ ਬਿਰਤੀ ਹੀ ਖਤਮ ਹੋ ਗਈ ਜਿਹੜੀ ਸੰਸਾਰ ਦੇ ਪਦਾਰਥ ਮੰਗਣ ਵਾਲੀ ਸੀ। ਐਸੇ ਗੁਰ ਕੋ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਤੋਂ ਇਉਂ ਸਾਧ ਸੰਗ ਸਤਿਗੁਰੂ ਸਾਹਿਬ ਜੀ ਨੇ ਬਖਸ਼ਾਂ ਕੀਤੀਆਂ। ਅਸੀਂ ਉਸ ਗੁਰੂ ਦੇ ਸਿੱਖ ਬਣ ਕੇ ਗੁਰੂ ਦੀ ਦਿੱਤੀ ਪਰੰਪਰਾ, ਉਸ ਗੁਰੂ ਦੇ ਦਿੱਤੇ ਸਿਧਾਂਤ, ਉਸ ਗੁਰੂ ਦੀ ਦਿੱਤੀ ਮਰਜ਼ਾਦਾ ਦੇ ਪਹਿਰੇਦਾਰ ਬਣੀਏ।
ਔਰ ਪੰਥ ਪ੍ਰਸਤ ਬਣ ਕੇ ਆਪਣੀ ਇਸ ਗੁਰਸਿੱਖੀ ਦੀ ਵਿਰਾਸਤ ਨੂੰ, ਇਸ ਵਿਰਸੇ ਨੂੰ ਸਾਂਭੀਏ। ਸੋ ਮਹਾਂਪੁਰਖਾਂ ਵੱਲੋਂ ਆਪ ਸਾਰੀਆਂ ਸੰਗਤਾਂ ਤੋਂ ਖਿਮਾ ਮੰਗਦੇ ਹਾਂ, ਕਿਉਂਕਿ ਮਹਾਂਪੁਰਖਾਂ ਨੂੰ ਅਚਨਚੇਤ ਸਾਧ ਸੰਗਤ ਵਿਦੇਸ਼ ਦੇ ਵਿੱਚ ਆਸਟ੍ਰੇਲੀਆ ਜਾਣਾ ਪਿਆ, ਤੋ ਇਸ ਕਰਕੇ ਆਏ ਵੀ ਸਨ। ਇਸੇ ਕਰਕੇ ਸੀ ਕਿ ਕੁਝ ਮੇਨ ਪ੍ਰੋਗਰਾਮ ਸੀਗੇ ਪੰਜਾਬ ਦੇ, ਜਿਨ੍ਹਾਂ ਦੇ ਵਿੱਚ ਤੁਹਾਡਾ ਵੀ ਉਸ ਲਿਸਟ ਦੇ ਵਿੱਚ ਮਹਾਂਪੁਰਖਾਂ ਨੇ ਸੀ, ਪਰ ਅਚਨਚੇਤ ਮਜਬੂਰੀ ਸੀ, ਕੋ ਜ਼ਰੂਰੀ ਜਾਣਾ ਪਿਆ, ਤੋ ਇਸ ਕਰਕੇ ਦਾਸ ਦੀ ਡਿਊਟੀ ਲਾ ਕੇ ਗਏ ਸੀ। ਸੋ ਆਪ ਦੇ ਚਰਨਾਂ ਦੇ ਵਿੱਚ ਬੇਨਤੀਆਂ ਕਰਦੇ ਹਾਂ, ਬੋਲਦੇ ਹਾਂ, ਕੋਈ ਅੱਖਰ ਬਾਦ ਘਾਟ ਗੁਰੂ ਕੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਕਹਿਣ ਦੇ ਯੋਗ ਨਾ ਹੋਵੇ, ਕਿਹਾ ਗਿਆ ਹੋਵੇ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਆਪ ਸਰਬੱਤ ਸੰਗਤਾਂ ਬਖਸ਼ਣਯੋਗ ਹੋ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।